ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਭਾਈ ਸਾਹਿਬ ਜੀ? ਆ ਰਹੀ ਹੈ ਵੀਰ ਜੀ, ਬਿਲਕੁਲ ਆ ਰਹੀ ਹੈ। ਇੱਕ ਵਾਰੀ ਫਿਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਦਕਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੋ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੂਰੇ ਪੰਜਾਬ ਦੇ ਵਿਦਿਆਰਥੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਬਹੁਤ ਹੀ ਬੱਚਿਆਂ ਦੇ ਵਿੱਚ ਉਤਸੁਕਤਾ ਰਹਿੰਦੀ ਆ ਕਿ 4 ਵੱਜਣ ਵਾਲੇ ਨੇ, ਅਸੀਂ ਕੈਂਪ ਲਾਉਣਾ ਹੈ। ਸੋ ਅੱਜ ਸਾਡੀ 165ਵੇਂ ਦਿਨ ਦੀ ਕੈਂਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਅੱਜ ਦੀ ਜੋ ਜਾਪ ਦੀ ਸੇਵਾ ਹੈ, ਬੇਟੀ ਕੋਮਲਪ੍ਰੀਤ ਕੌਰ ਜੋ 7ਵੀਂ ਕਲਾਸ ਦੀ ਵਿਦਿਆਰਥਣ ਹੈ ਤੇ ਉਹਨਾਂ ਦੇ ਛੋਟੇ ਭਾਈ ਏਕਮਜੋਤ ਸਿੰਘ ਬਹੁਤ ਵਧੀਆ ਪਾਠ ਕਰਦੇ ਨੇ। ਦੋਵੇਂ ਬੱਚੇ ਬਹੁਤ ਹੀ ਅੱਛੇ ਪਾਠ ਕਰਦੇ ਨੇ। ਸੋ ਆਓ, ਬੇਨਤੀ ਹੈ ਦੋਵੇਂ ਵਿਦਿਆਰਥੀਆਂ ਨੂੰ ਕਿ ਉਹ ਆਪਣੇ ਜਾਪ ਦੀ ਸੇਵਾ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਆਵਾਜ਼ ਆ ਰਹੀ ਹੈ? ਹਾਂਜੀ ਬੇਟਾ, ਬਹੁਤ ਵਧੀਆ ਆ ਰਹੀ ਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਹੁਤ ਹੀ ਪਿਆਰ ਨਾਲ, ਬਹੁਤ ਸ਼ਰਧਾ ਦੇ ਨਾਲ ਦੋਵੇਂ ਹੀ ਭੈਣ ਭਰਾ ਬੱਚਿਆਂ ਨੇ ਜਾਪ ਦੀ ਸੇਵਾ ਕੀਤੀ ਹੈ। ਸਾਰੀ ਫੈਮਿਲੀ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਜੋੜ ਕੇ ਰੱਖਿਆ ਹੈ। ਗੁਰਸਿੱਖ ਪਰਿਵਾਰ ਹੈ। ਸੋ ਆਓ, ਅਗਲੀ ਜੋ ਕੀਰਤਨ ਦੀ ਸੇਵਾ ਹੈ ਉਹ ਬੱਚੀ ਮਨਪ੍ਰੀਤ ਕੌਰ 14860 EPP ਨੰਬਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਾਮੀਆਂ ਨੇੜੇ ਖਮਾਣੋ ਤੇ 7ਵੀਂ ਕਲਾਸ ਦੀ ਵਿਦਿਆਰਥਣ ਹੈ। ਬਹੁਤ ਹੀ, ਜਿਸ ਦਿਨ ਦਾਸ ਦੀ 12 ਤਰੀਕ ਨੂੰ ਕੈਂਪ ਵਿੱਚ ਸੇਵਾ ਲੱਗੀ ਸੀ, ਉਸ ਦਿਨ ਇਸ ਮਨਪ੍ਰੀਤ ਕੌਰ ਨੇ ਜਾਪ ਦੀ ਸੇਵਾ ਕੀਤੀ ਸੀ। ਅੱਜ ਵਾਹਿਗੁਰੂ ਨੇ ਫਿਰ ਸਬੱਬ ਮਿਲਾ ਦਿੱਤਾ
ਕਿ ਅੱਜ ਇਹ ਕੀਰਤਨ ਦੀ ਸੇਵਾ ਕਰ ਰਹੀ ਹੈ। ਉਸ ਦਿਨ ਵੀ ਕੈਂਪ ਦੇ ਵਿੱਚ ਸ਼ਾਮਲ ਸੀ, ਅੱਜ ਵੀ। ਤੇ ਇੱਕ ਵਿਸ਼ੇਸ਼ ਤੌਰ ਤੇ ਮੈਂ ਇਸ ਬੱਚੀ ਬਾਰੇ 1 ਮਿੰਟ ਵਿਚਾਰ ਕਰਨੇ ਚਾਹੁੰਦਾ ਕਿ ਇਹ ਕਈ ਮਹੀਨਿਆਂ ਤੋਂ ਲਗਾਤਾਰ ਜੋ ਅਸੀਂ ਅੰਮ੍ਰਿਤ ਵੇਲੇ 5 ਵਜੇ ਕਲਾਸ ਲਾਉਨੇ ਆ, ਲਗਾਤਾਰ ਬਿਨਾਂ ਨਾਗਾ ਇਹ ਬੱਚੀ ਉਸ ਵਿੱਚ ਹਰ ਰੋਜ਼ ਐਡ ਹੁੰਦੀ ਹੈ। ਅੱਜ ਸਵੇਰੇ ਵੀ ਐਡ ਹੋਈ ਹੈ, ਬਾਅਦ ਵਿੱਚ ਮੈਸੇਜ ਆਇਆ ਹੈ, ਪਰ ਇਹ ਹਰ ਰੋਜ਼। ਇਸ ਦੇ ਨਾਲ ਗੱਲ ਕੀਤੀ, ਇਸ ਦੇ ਪਾਪਾ ਜੀ ਨੇਪਾਲ ਤੋਂ ਹਨ। ਜਿਵੇਂ ਨੇਪਾਲ ਦੇ ਲੋਕ ਪੰਜਾਬ ਵਿੱਚ ਰਹਿ ਪੈਂਦੇ ਨੇ ਆ ਕੇ, ਇਸ ਦੇ ਪਾਪਾ ਜੀ ਛੋਟੇ ਹੁੰਦੇ ਹੀ 10 ਸਾਲ ਦੀ ਉਮਰ ਦੇ ਵਿੱਚ ਪੰਜਾਬ ਵਿੱਚ ਆ ਗਏ। ਖੁਦ ਉਹਨਾਂ ਨੇ ਕੇਸ ਰੱਖੇ ਤੇ ਗੁਰਸਿੱਖ ਬਣੇ ਆਪ, ਤੇ ਉਹਨਾਂ ਦੀ ਬੱਚੀ ਹੈ ਇਹ। ਆਪ ਕੀਰਤਨ ਸਿੱਖਦੀ ਹੈ, ਆਪਣੇ ਵੀਰ ਨੂੰ ਵੀ ਸਿਖਾਉਂਦੀ ਹੈ, ਤੇ ਸਾਰੀ ਫੈਮਿਲੀ ਗੁਰਸਿੱਖ ਹੈ। ਧੰਨਵਾਦ ਫੈਮਿਲੀ ਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਿ ਇਸ ਫੈਮਿਲੀ ਨੂੰ ਗੁਰਸਿੱਖੀ ਨਾਲ ਜੋੜ ਕੇ ਰੱਖਣ। ਆਓ, ਬੱਚੀ ਮਨਪ੍ਰੀਤ ਕੌਰ ਕੀਰਤਨ ਦੀ ਸੇਵਾ ਲੈ ਰਹੇ ਨੇ ਜੀ। ਹਾਂਜੀ सर जी वाहिगुरु जी का खालसा वाहिगुरु जी की फतेह। वाहिगुरु जी मेरी आवाज आ रही है? ਬਹੁਤ ਵਧੀਆ ਆ ਰਹੀ ਹੈ ਜੀ। जा तू मेरे वल है ता क्या मोशंदा, जा तू मेरे वल है ता क्या मोशंदा, तुद सब किछ मैनू सौंपिया जा तेरा बंदा, जा तेरा बंदा। लक्ष्मी टोट न आवई खाए खर्चर हंदा, खाए खर्चर हंदा। 184 मेदनी सब सेव करंदा, सब सेव करंदा। ए वैरी मित्र सब केतिया नह मंगै मंदा, नह मंगै मंदा। लेखा कोई न पुछई जा हर बकसंदा, जा हर बकसंदा। आनंद पिया सुख पाया मिल गुरु गोविंदा, मिल गुरु गोविंदा। सबे काज सवारिया जा तुद पावंदा, जा तुद पावंदा। जा तू मेरे वल है ता क्या मोशंदा, जा तू मेरे वल है ता क्या मोशंदा। वाहिगुरु जी का खालसा वाहिगुरु जी की फतेह। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕੀਰਤਨ ਦੀ ਸੇਵਾ ਕੀਤੀ ਹੈ। ਜਿਵੇਂ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਬਿਨਾਂ ਸਾਜ਼ਾਂ ਤੋਂ ਵੀ ਕੀਰਤਨ ਹੋ ਸਕਦਾ ਹੈ। ਅਸੀਂ ਸਾਰੇ ਹੀ ਕਰ ਸਕਦੇ ਹਾਂ, ਜਾਂਦੇ ਹੋਏ ਸਾਈਕਲ ਤੇ, ਕਾਰ ਵਿੱਚ, ਐਕਟਿਵਾ ਤੇ, ਮੋਟਰਸਾਈਕਲ ਤੇ। ਅਸੀਂ ਕੋਈ ਵੀ ਸ਼ਬਦ ਨਾਲੇ ਕੰਠ ਹੋ ਜਾਏਗਾ, ਨਾਲੇ ਗੁਰੂ ਕਾ ਕੀਰਤਨ ਹੋ ਜਾਏਗਾ। ਸੋ ਆਓ, ਅੱਜ ਜੋ ਸਾਡੀ ਅਗਲੇ ਸੈਸ਼ਨ ਦੀ ਸ਼ੁਰੂਆਤ ਹੈ, ਉਹ ਬਹੁਤ ਹੀ ਸਤਿਕਾਰਯੋਗ ਸਾਡੇ ਨਾਲ ਸੇਵਾ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਮੀਤ ਸਿੰਘ ਜੀ। ਤੇ ਉਹਨਾਂ ਦਾ ਜੋ ਵਿਸ਼ਾ ਹੈ ਉਹ ਹੈ ਗੁਰਸਾਖੀ, ਤੇ ਉਹਨਾਂ ਦਾ ਵਿਸ਼ਾ ਚੇਂਜ ਹੋ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋ ਅੰਤਮ ਆਪਣੇ ਹਜੂਰ ਸਾਹਿਬ ਦਾ ਜੋ ਇਤਿਹਾਸ ਹੈ ਉਹ ਸੁਣਾਉਣਗੇ। ਸੋ ਆਓ, ਭਾਈ ਸਾਹਿਬ ਨੂੰ ਅਸੀਂ ਜੀਓ ਆਇਆ ਆਖਦੇ ਹਾਂ ਤੇ ਆਪਣੇ ਸੈਸ਼ਨ ਦੀ ਸ਼ੁਰੂਆਤ ਕਰੋ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ, ਆਵਾਜ਼ ਆ ਰਹੀ ਹੈ ਜੀ? ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆ ਰਹੀ ਹੈ ਜੀ। ਠੀਕ ਹੈ ਜੀ। ਸਮੂਹ ਕੈਂਪ ਦੇ ਵਿਦਿਆਰਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਹਣਾ ਇਹ ਉਪਰਾਲਾ ਜਿਹੜਾ ਆ ਕੀਤਾ ਜਾ ਰਿਹਾ ਹੈ, ਔਰ ਭਾਈ ਸਰਬਜੀਤ ਸਿੰਘ ਜੀ ਨੇ ਇਹ ਬੜੀ ਸੋਹਣੀ ਭੂਮਿਕਾ ਜਿਹੜੀ ਇੱਥੇ ਨਿਭਾ ਰਹੇ ਨੇ। ਸਮੂਹ ਐਜੂਕੇਟ ਪ੍ਰੋਜੈਕਟ ਦੇ ਜਿੰਨੇ ਵੀ ਕੰਮ ਕਰਨ ਵਾਲੇ ਨੇ, ਸਾਰਿਆਂ ਦੀ ਆਪਣੀ ਆਪਣੀ ਥਾਂ ਤੇ ਆਪਣੀ ਆਪਣੀ ਭੂਮਿਕਾ ਹੈ। ਔਰ ਇਸ
ਕੈਂਪ ਦੇ ਵਿੱਚ ਵੀ ਬਹੁਤ ਜ਼ਿਆਦਾ ਸਟੂਡੈਂਟ ਜਿਹੜੇ ਨੇ ਉਹ ਲਾਭ ਉਠਾ ਰਹੇ ਨੇ। ਔਰ ਇਹ ਬੜੀ ਵੱਡੀ ਗੱਲ ਇਹ ਆ ਕਿ ਸਾਡੇ ਕੋਲ ਇਸ ਤਰ੍ਹਾਂ ਗੁਰੂ ਦੀ ਮੱਤ ਲੈਣ ਲਈ, ਗੁਰਮਤਿ ਨੂੰ ਸਿੱਖਣ ਲਈ ਜਾਂ ਗੁਰੂ ਇਤਿਹਾਸ ਨਾਲ, ਗੁਰੂ ਨਾਲ ਜੁੜਨ ਲਈ ਇੱਕ ਸੋਹਣਾ ਉਪਰਾਲਾ ਹੈ ਔਰ ਇਹਦਾ ਅਸੀਂ ਲਾਭ ਵੀ ਉਠਾ ਰਹੇ ਹਾਂ। ਇਹ ਬੜੀ ਵਧੀਆ ਗੱਲ ਹੈ। ਅੱਜ ਸਿੱਖ ਜਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਮਨਾ ਰਹੀ ਹੈ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਜੋਤੀ ਜੋਤ ਪ੍ਰਕਾਸ਼ ਜੋਤੀ ਜੋਤ ਗੁਰਪੁਰਬ ਤੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰਨੇ ਨੇ। ਕਿ ਸਾਧ ਸੰਗਤ ਜੀਓ, ਦੀਦਾਰ ਕੇਵਲ ਸਰੀਰ ਦੇ ਨਹੀਂ ਹੁੰਦੇ, ਵਿਚਾਰ ਦੇ ਵੀ ਹੁੰਦੇ ਨੇ। ਇਤਿਹਾਸ ਦੇ ਵਿੱਚੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦੇ ਦਰਸ਼ਨ ਕਰਨੇ ਨੇ। ਵੈਸੇ ਗੁਰੂ ਗੋਬਿੰਦ ਸਿੰਘ ਜੀ ਇੱਕ ਅਦੁੱਤੀ ਸ਼ਖਸੀਅਤ ਨੇ। ਉਹਨਾਂ ਦੀ ਬੜੀ ਚਮਤਕਾਰੀ ਸ਼ਖਸੀਅਤ ਹੈ। 42 ਸਾਲ ਦੀ ਉਮਰ ਦੇ ਵਿੱਚ ਜੋ ਕਾਰਨਾਮੇ ਉਹਨਾਂ ਨੇ ਕੀਤੇ ਮਨੁੱਖਤਾ ਲਈ, ਖਾਲਸੇ ਪੰਥ ਲਈ, ਉਹਨਾਂ ਦਾ ਕੋਈ ਥਾਂ ਨਹੀਂ ਪਾ ਸਕਦਾ। ਉਹਦੇ ਬਾਰੇ ਬਿਆਨ ਕਰਨਾ ਬੜੀ ਔਖੀ ਗੱਲ ਹੈ। ਵੱਡੇ ਵੱਡੇ ਵਿਦਵਾਨ ਪੁਰਖਾਂ ਦੇ ਵੀ ਵੱਸ ਦੀ ਗੱਲ ਨਹੀਂ ਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਬਾਰੇ ਪੂਰਨ ਰੂਪ ਵਿੱਚ ਕੁਝ ਦੱਸ ਸਕੀਏ। ਪਰ ਫਿਰ ਵੀ ਅੱਜ ਅਸੀਂ ਇੱਕ ਨਿਮਾਣਾ ਜਿਹਾ ਯਤਨ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚੋਂ, ਉਹਨਾਂ ਦੀਆਂ ਜੀਵਨ ਝਲਕਾਂ ਨੂੰ ਦੇਖੀਏ ਤਾਂ ਕਿ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਕੁਝ ਐਸੇ ਗੁਣ ਲੱਭਣ ਜਿਨ੍ਹਾਂ ਨਾਲ ਅਸੀਂ ਵੀ ਮਾਣ ਨਾਲ ਕਹਿ ਸਕੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁਪੁੱਤਰ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਹਾਂ, ਕਿ ਸਾਨੂੰ ਕਹਿਣਾ ਆ ਜਾਵੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਧੰਨ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਗੁਜਰ ਕੌਰ ਜੀ ਦੇ ਕੁੱਖੋਂ ਹੋਇਆ। ਔਰ ਵਿਦਵਾਨਾਂ ਨੇ ਜੋ ਸਮਾਂ ਲਿਖਿਆ ਉਹ ਹੈ 22 ਦਸੰਬਰ 1666। ਔਰ 22 ਦਸੰਬਰ 1666 ਤੋਂ ਲੈ ਕੇ 1708 ਈਸਵੀ ਤੱਕ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਰੀਰਕ ਰੂਪ ਵਿੱਚ ਇਸ ਧਰਤੀ ਤੇ ਰਹਿਣ ਦਾ ਸਮਾਂ ਕੇਵਲ 42 ਸਾਲ ਹੀ ਬਣਦਾ ਹੈ। ਔਰ 42 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਜੀ ਨੇ ਜੋ ਕਾਰਨਾਮੇ ਕਰ ਦਿਖਾਏ, ਉਹ ਕਾਰਨਾਮਿਆਂ ਨੂੰ ਬਿਆਨ ਕਰਨਾ ਬੜਾ ਔਖਾ ਆ। ਮਕਾਲਫ ਦੇ ਬਾਰੇ ਇੱਕ ਗੱਲ ਕਹਿੰਦਾ ਹੈ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਨੂੰ ਜੇ ਪੜ੍ਹਨਾ ਹੋਵੇ, ਸਮਝਣਾ ਹੋਵੇ, ਤੇ ਸਾਨੂੰ ਇੱਕ ਤੇਜ਼ ਤਰਾਰ ਘੋੜੇ ਤੇ ਸਵਾਰ ਹੋਣਾ ਪਵੇਗਾ। ਭਾਵ ਕਿ ਇੰਨੀ ਛੋਟੀ ਆਰਜਾ, 42 ਸਾਲ ਦੀ ਆਰਜਾ ਬਹੁਤ ਵੱਡੀ ਆਰਜਾ ਨਹੀਂ ਹੈ, ਪਰ ਉਹਦੇ ਵਿੱਚ ਕਿੰਨੇ ਮਹਾਨ ਕਾਰਜ ਕੀਤੇ ਔਰ ਕਿੰਨੇ ਕੰਮ ਕੀਤੇ। ਇਹ ਇਤਿਹਾਸਕਾਰਾਂ ਨੂੰ ਨਾ ਉਹਨਾਂ ਦੇ ਬਰਾਬਰ ਦਾ ਕੋਈ ਮਿਲਦਾ ਹੀ ਨਹੀਂ ਜਿਹਦੇ ਨਾਲ ਤੁਲਨਾ ਕਰ ਸਕਣ ਗੁਰੂ ਗੋਬਿੰਦ ਸਿੰਘ ਜੀ। ਪਰ ਜਦੋਂ ਕਵੀ ਸੰਤੋਖ ਸਿੰਘ ਉਹਨਾਂ ਬਾਰੇ ਕੁਝ ਕਹਿੰਦੇ ਨੇ, ਮੈਨੂੰ ਬੜਾ ਪਿਆਰਾ ਇੱਕ ਉਹਨਾਂ ਦਾ ਕਵਿਤ ਲੱਗਿਆ। ਉਹ ਕਹਿੰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕਰਾਨ ਕੀ, ਆਪ ਪਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਹਿਤ ਵਿਧਾਨ ਕੇ, ਦੇवी देवा देहुरा संतोख सिंगा दूर होते, रीत मिट जाती कथा वेदन पुराण की, आप परपख जाते धर्म तसक जाते, वर्ण गरक जाते ਸਹਿਤ ਵਿਧਾਨ ਕੇ। ਹੁਣ ਕਹਿਣ ਲੱਗੇ, ਸ੍ਰੀ ਗੁਰੂ ਗੋਬਿੰਦ ਸਿੰਘ ਪਰਮ ਪਾਵਨ ਸੂਰ, ਮੂਰਤ ਨਾ ਹੋਤੀ ਜੋ ਕਿ ਕਰਨਾ ਨਿਦਾਨ। ਭਾਵ ਅਰਥ ਦੇ ਇਹ ਨੇ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨ ਦੁਨੀਆ ਦੇ ਮਾਲਕ, ਜੋ ਉਹਨਾਂ ਨੇ ਅਲੌਕਿਕ ਕਾਰਨਾਮੇ ਕੀਤੇ, ਜਗਤ ਦੀ ਸੇਵਾ ਕੀਤੀ, ਮਨੁੱਖਤਾ ਦੀ ਸੇਵਾ ਕੀਤੀ, ਉਹ ਜੇ ਨਾ ਹੁੰਦੀ ਨਾ ਤੇ ਇੱਥੇ ਏਕਤਾ ਛਾ ਜਾਣੀ ਸੀ। ਭਾਵ ਸਭ ਪਾਸੇ ਇੱਕੋ ਧਰਮ ਨਜ਼ਰ ਆਉਣਾ ਸੀ, ਕਿਉਂਕਿ ਔਰੰਗਜ਼ੇਬ ਨੇ ਇਹ ਠਾਣ ਲਈ ਸੀ ਕਿ ਸਾਰੇ ਹਿੰਦੁਸਤਾਨ ਦੇ ਵਿੱਚ
ਜਿੱਥੋਂ ਤੱਕ ਉਹਦਾ ਰਾਜ ਸੀ, ਮੈਂ ਕੋਈ ਵੀ ਗੈਰ ਮੁਸਲਮਾਨ ਨਹੀਂ ਰਹਿਣ ਦੇਣਾ, ਸਭ ਨੂੰ ਮੁਸਲਮਾਨ ਬਣਾ ਲੈਣਾ। ਤੋ ਏਕਤਾ ਛਾ ਜਾਣੀ ਸੀ, ਵੱਖ-ਵੱਖ ਧਰਮ ਸਾਨੂੰ ਨਜ਼ਰ ਨਹੀਂ ਆਉਣੇ ਸੀ। ਛਾਏ ਜਾਤੀ ਏਕਤਾ, ਅਨੇਕਤਾ ਬੁਲਾਈ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ। ਆ ਕਿਤਾਬਾਂ ਦੀ, ਕੁਰਾਨਾਂ ਦੀ ਜਿਹੜੀ ਅੱਜ ਅਸੀਂ ਗੁਰਦੁਆਰੇ ਬੈਠ ਕੇ ਕਥਾ ਕਰ ਰਹੇ ਹਾਂ, ਹਿੰਦੂ ਵੀਰ ਹਿੰਦੂ ਮੰਦਿਰਾਂ ਵਿੱਚ ਕਰ ਰਹੇ ਨੇ, ਉਹ ਕਿੱਥੇ ਦਿਖਣੀ ਸੀ? ਇਹ ਦਿਖਣੀ ਸੀ। ਅਨੇਕਤਾ ਜਿਹੜੀ ਦਿਖ ਰਹੀ ਹੈ ਨਾ, ਉਹ ਨਹੀਂ ਸੀ ਦਿਖਣੀ। ਔਰ ਇਸ ਅਨੇਕਤਾ ਦੇ ਵਿੱਚੋਂ ਹੀ ਗੁਰੂ ਪਾਤਸ਼ਾਹ ਨੇ ਉਸ ਇੱਕ ਦੇ ਦਰਸ਼ਨ ਕੀਤੇ ਤੇ ਸਾਨੂੰ ਕਰਨ ਦਾ ਮਾਰਗ ਦੱਸਿਆ। ਔਰ ਆਖਿਆ ਵੀ ਉਹ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਪੰਥ ਚਲਾਇਆ ਸੀ, ਇਹ ਨਿਰਮਲ ਪੰਥ ਜਿਹਨੂੰ ਅਸੀਂ ਕਹਿੰਦੇ ਹਾਂ, ਨਾਨਕ ਨਿਰਮਲ ਪੰਥ ਚਲਾਇਆ, ਜਿਹਦੇ ਬਾਰੇ ਭਾਈ ਗੁਰਦਾਸ ਜੀ ਗਵਾਹੀ ਭਰਦੇ ਨੇ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਸ ਪੰਥ ਦੇ ਵਿੱਚ ਸਮੇਂ-ਸਮੇਂ ਉਸ ਮਾਰਗ ਨੂੰ ਬੜਾ ਸੋਹਣਾ ਬਣਾਇਆ। ਪੰਥ ਦਾ ਮਤਲਬ ਇੱਕ ਰਸਤਾ ਹੁੰਦਾ ਹੈ, ਇੱਕ ਮਾਰਗ ਹੁੰਦਾ ਹੈ। ਇਹ ਸਿੱਖ ਇੱਕ ਪੰਥ ਹੈ, ਜਿਸ ਪੰਥ ਤੇ ਚੱਲ ਕੇ ਅਸੀਂ ਪ੍ਰਭੂ ਪਤੀ ਨਾਲ ਮਿਲਣਾ ਹੈ, ਜੁੜਨਾ ਹੈ। ਔਰ ਇਹਦੇ ਲਈ 10 ਗੁਰੂ ਸਾਹਿਬਾਨਾਂ ਨੇ ਵੱਖ-ਵੱਖ ਜਾਮਿਆਂ ਦੇ ਵਿੱਚ ਆਪਣੇ ਆਪਣੇ ਸਮੇਂ ਕੰਮ ਕੀਤੇ। ਪਰ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੇ ਕੰਮਾਂ ਨੂੰ, ਉਹਨਾਂ ਦੇ ਅਲੌਕਿਕ ਕਾਰਨਾਮਿਆਂ ਨੂੰ ਦੇਖਣਾ ਹੈ। ਤਾਂ ਉਹਨਾਂ ਦੇ ਅਲੌਕਿਕ ਕਾਰਨਾਮਿਆਂ ਦੇ ਵਿੱਚ ਜਦੋਂ ਅਸੀਂ ਦੇਖੋਗੇ, ਬਚਪਨ ਤੋਂ ਲੈ ਕੇ ਹੀ ਇੱਕ ਵੱਖਰੀ ਸ਼ਖਸੀਅਤ ਨਜ਼ਰ ਆਉਂਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਜਿਹੜਾ ਆ, ਉਹ ਪਟਨੇ ਦੀ ਧਰਤੀ ਤੇ ਹੁੰਦਾ ਹੈ। ਗੰਗਾ ਨਦੀ ਇੱਥੇ ਵਗਦੀ ਹੈ। ਬਚਪਨ ਦੀ ਇੱਕ ਸਾਖੀ ਜਿਹੜੀ ਆ, ਬੜੀ ਪ੍ਰਚਲਿਤ ਆ ਉਹਨਾਂ ਦੀ, ਜਿਹਦੇ ਵਿੱਚ ਉਹਨਾਂ ਦੀ ਸ਼ਖਸੀਅਤ ਉੱਭਰ ਕੇ ਨਜ਼ਰ ਆਉਂਦੀ। ਉਸ ਵਿੱਚ ਕੀ ਦੱਸਿਆ ਗਿਆ ਆ ਕਿ ਧੰਨ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਲਾ ਪ੍ਰੀਤਮ ਵੀ ਉਹਨਾਂ ਨੂੰ ਉਸ ਵੇਲੇ ਆਖਦੇ ਨੇ, ਉਹ ਬਚਪਨ ਦੇ ਵਿੱਚ ਜਦੋਂ ਰਹਿ ਰਹੇ ਨੇ, ਸਿੱਖ ਜਗਤ ਉਹਨਾਂ ਨੂੰ ਬੜਾ ਪਿਆਰ ਕਰਦਾ ਹੈ। ਗੁਰੂ ਸਾਹਿਬ ਉਸ ਵੇਲੇ ਢੱਕ ਕੇ ਪ੍ਰਚਾਰ ਕਰ ਰਹੇ ਨੇ, ਜਨਮ ਹੋ ਗਿਆ, ਪਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਲੇ ਦਰਸ਼ਨ ਨਹੀਂ ਕੀਤੇ। ਔਰ 5 ਸਾਲ ਦੀ ਉਮਰ ਵਿੱਚ ਕਰੀਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਦਾਰ ਕੀਤੇ। ਕੋਈ 4.5 ਜਾਂ 5 ਸਾਲ ਦੀ ਵਿਦਵਾਨ ਵਕਤ ਲਿਖਦੇ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੀ ਧਰਤੀ ਤੇ ਨੇ, ਤੇ ਉਸ ਵੇਲੇ ਇਹਨਾਂ ਨੂੰ ਕੋਈ ਸੇਵਕ ਜਿਹੜਾ ਨਾ 2 ਕੰਗਣ ਦੇ ਕੇ ਜਾਂਦਾ ਆ, ਜਾਂ ਕੜੇ ਕਹਿ ਲਓ ਸੋਨੇ ਦੇ, ਉਹ ਇਹਨਾਂ ਦੇ ਹੱਥ ਵਿੱਚ ਮਾਤਾ ਗੁਜਰ ਕੌਰ ਜੀ ਪਾ ਦਿੰਦੇ ਨੇ। ਮਾਤਾ ਨਾਨਕੀ ਜੀ ਵੀ ਬੜਾ ਪਿਆਰ ਕਰਦੇ ਨੇ ਇਹਨਾਂ ਨੂੰ। ਔਰ ਬਚਪਨ ਦੇ ਵਿੱਚ ਬੱਚਿਆਂ ਦੇ ਨਾਲ ਜਦੋਂ ਖੇਡਾਂ ਖੇਡਦੇ ਨੇ, ਉਹਨਾਂ ਦੀਆਂ ਖੇਡਾਂ ਵੀ ਅਜੀਬ ਹੁੰਦੀਆਂ। ਬਚਪਨ ਦੇ ਵਿੱਚ ਜਦੋਂ ਖੇਡ ਖੇਡਦੇ ਨੇ ਤੇ ਜੰਗੀ ਕੌਤਕ ਕਰਦੇ ਨੇ, ਜਿਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਕੋਈ ਲੜਦਾ ਨਾ, ਇਸ ਤਰ੍ਹਾਂ ਕਿਰਪਾਨਾਂ ਬਣਾ ਕੇ, ਤੀਰਾਂ ਬਣਾ ਕੇ, 2 ਪਾਰਟੀਆਂ ਬਣਾ ਕੇ ਜੰਗੀ ਕਾਰਨਾਮੇ ਕਰਦੇ ਨੇ। ਔਰ ਸਾਰੇ ਦੇਖਣ ਵਾਲੇ ਹੈਰਾਨ ਹੁੰਦੇ ਨੇ। ਇੱਕ ਦਿਨ ਤੇ ਇੱਥੋਂ ਤੱਕ ਵੀ ਹੋਇਆ ਕਿ ਇੱਕ ਅਹਿਲਕਾਰ, ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ, ਅਹਿਲਕਾਰ ਮੁਸਲਮ ਆ ਰਿਹਾ ਸੀ। ਔਰ ਜਦੋਂ ਕੋਈ ਇਸ ਤਰ੍ਹਾਂ ਦੇ ਅਹਿਲਕਾਰ ਆਉਂਦੇ ਨੇ, ਜਿਹੜੇ ਵੱਡੇ ਅਹੁਦਿਆਂ ਤੇ ਹੁੰਦੇ ਨੇ, ਜਿਹਨਾਂ ਨੂੰ ਅੱਜ ਅਸੀਂ ਮੰਤਰੀ ਕਹਿੰਦੇ ਹਾਂ, ਤਾਂ ਉਸ ਵੇਲੇ ਸਾਰੇ ਲੋਕ ਪਾਸੇ ਹੋ ਜਾਂਦੇ ਨੇ, ਸਲਾਮਾਂ ਕਰਦੇ ਨੇ, ਉਹਨਾਂ ਨੂੰ ਖੁਸ਼ਾਮਦੀਆਂ ਕਰਦੇ ਨੇ। ਪਰ ਸਤਿਗੁਰੂ ਜੀ ਨੇ ਉਸ ਵੇਲੇ ਬਚਪਨ ਵਿੱਚ ਹੀ ਇੱਕ ਅਹਿਲਕਾਰ ਨੂੰ ਸਲਾਮ ਕਰਨ ਦੀ ਬਜਾਏ ਇੰਜ ਕੀਤਾ, ਉਹਨੂੰ ਮੂੰਹ ਚੜਾਇਆ, ਜਿਹਨੂੰ ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ। ਉਹਦਾ ਮਜ਼ਾਕ ਬਣਾ ਕੇ ਦੌੜੇ ਨੇ। ਕੇਵਲ ਆਪ ਹੀ ਨਹੀਂ, ਸਗੋਂ ਨਾਲ ਦੇ ਸਾਰੇ ਖੇਡਣ ਵਾਲੇ ਬੱਚਿਆਂ ਨੂੰ ਵੀ ਕਿਹਾ, ਇਸ ਅਹਿਲਕਾਰ ਜਿਹੜਾ ਹੈ ਨਾ, ਇਹਨੂੰ ਨਮਸਕਾਰ ਨਹੀਂ ਕਰਨੀ, ਸਗੋਂ ਨਮਸਕਾਰ ਕਰਨ ਦੀ ਬਜਾਏ ਇਹਨੂੰ ਮੂੰਹ ਚੜਾ ਕੇ ਨਾ, ਇਹਨੂੰ ਦੌੜਨਾ ਹੈ ਇੱਥੋਂ। ਔਰ ਉਹਨੇ ਆਪਣੀ ਬੜੀ ਬੇਇੱਜ਼ਤੀ ਵੀ ਮਹਿਸੂਸ ਕੀਤੀ ਇਹਦੇ ਵਿੱਚ। ਪਰ ਸਤਿਗੁਰੂ ਜੀ ਨੇ ਮਨ ਨੂੰ ਇਹ ਕਹਿ ਦਿੱਤਾ ਸੀ ਵੀ ਹੁਣ ਤੁਹਾਡੀ ਚੱਲਣ ਵਾਲੀ ਨਹੀਂ, ਕਿਉਂਕਿ ਉਹ ਅਲੰਬਰਦਾਰ ਆ ਗਿਆ ਹੈ, ਉਹ ਦੁਨੀਆ ਦੀ ਰਾਖੀ ਕਰਨ ਵਾਲਾ ਆ ਗਿਆ ਹੈ, ਜਿਹਨੇ ਤੁਹਾਡਾ ਜ਼ਾਲਮਾਨਾ ਢੰਗ ਜਿਹੜਾ ਖਤਮ ਕਰ ਦੇਣਾ ਹੈ, ਜ਼ੁਲਮ ਦੀ ਜੜ ਪੁੱਟਣ ਵਾਲਾ ਆ ਗਿਆ ਹੈ। ਹੁਣ ਉਹ ਜਿਹੜੇ ਕੰਗਣ ਪਾਏ ਹੋਏ ਸੀ, ਮੈਂ ਜਿਹੜੀ ਗੱਲ ਕਰ ਰਿਹਾ ਸੀ,
ਉਹ ਕੰਗਣ ਹੱਥ ਵਿੱਚ ਨੇ, ਖੇਡਦੇ ਫਿਰਦੇ ਨੇ, ਗੰਗਾ ਦੇ ਕਿਨਾਰੇ ਖੇਡਦੇ ਨੇ। ਤੇ ਜਿਹੜੇ ਬੱਚੇ ਹੋਰ ਸਨ ਨਾ, ਉਹ ਗੰਗਾ ਦੇ ਵਿੱਚ ਪੱਥਰ ਸਿੱਟਦੇ ਨੇ, ਕੰਕਰ ਸਿੱਟਦੇ ਨੇ। ਗੁਰੂ ਸਾਹਿਬ ਨੇ ਆਪਣਾ ਇੱਕ ਕੜਾ ਲਾਇਆ, ਗੰਗਾ ਵਿੱਚ ਸੁੱਟ ਦਿੱਤਾ। ਹੁਣ ਜਦੋਂ ਉਸ ਗੰਗਾ ਦਰਿਆ ਦੇ ਵਿੱਚ, ਉਸ ਨਦੀ ਦੇ ਵਿੱਚ ਸੁੱਟਿਆ, ਤੇ ਹੁਣ ਉਹ ਕਿੱਥੋਂ ਮਿਲਣਾ ਸੀ? ਵਾਪਸ ਚਲੇ ਗਏ ਘਰ। ਜਦੋਂ ਖੇਡ ਕੇ ਮਾਤਾ ਜੀ ਨੇ ਦੇਖਿਆ ਵੀ ਕੰਗਣ ਇੱਕ ਹੱਥ ਵਿੱਚ ਆ, ਦੂਜਾ ਕੰਗਣ ਨਹੀਂ। ਮਾਤਾ ਜੀ ਨੇ ਪੁੱਛਿਆ ਕਿੱਥੇ ਕੰਗਣ? ਹੁਣ ਜਦੋਂ ਪੁੱਛਿਆ, ਸਤਿਗੁਰੂ ਕਹਿਣ ਲੱਗੇ ਉਹ ਤੇ ਮੈਂ ਸੁੱਟਿਆ ਹੈ। ਕਹਿੰਦੇ ਕਿੱਥੇ ਸੁੱਟਿਆ? ਕਹਿੰਦੇ ਗੰਗਾ ਵਿੱਚ। ਕਹਿੰਦੇ ਕਿੱਥੇ ਕੋ ਸੁੱਟਿਆ? ਚਲੋ ਲੱਭਦੇ। ਸੇਵਕ ਭੇਜੇ ਨਾਲ। ਔਰ ਸਤਿਗੁਰੂ ਜਦੋਂ ਗਏ ਨੇ ਨਾ, ਬਚਪਨ ਦੀ ਬੜੀ ਖੇਡਣ ਵਾਲੀ, ਉਹ ਜਾ ਕੇ ਉਸ ਥਾਂ ਤੇ ਦੱਸਣ ਲੱਗੇ ਨੇ, ਦੂਸਰਾ ਕੰਗਣ ਵੀ ਉਤਾਰਿਆ ਆ, ਤੇ ਉਤਾਰ ਕੇ ਉਸ ਗੰਗਾ ਦੇ ਵਿੱਚ ਉੱਥੇ ਹੀ ਸੁੱਟ ਦਿੱਤਾ ਆ। ਕਹਿਣ ਲੱਗੇ ਇੱਥੇ ਕੋ ਸੁੱਟਿਆ ਸੀ, ਇਸ ਥਾਂ ਤੇ ਸੁੱਟਿਆ ਸੀ ਕੰਗਣ ਨੇ। ਸਾਰੇ ਬੜੇ ਹੈਰਾਨ ਵੀ ਹੁੰਦੇ ਨੇ, ਖੁਸ਼ ਵੀ ਹੁੰਦੇ ਨੇ ਕਿ ਕਿਸ ਤਰ੍ਹਾਂ ਦੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਪਰਵਾਹ ਹੀ ਕੋਈ ਨਹੀਂ ਸੋਨੇ ਦੇ ਕੰਗਣਾਂ ਦੀ। ਅਸਲ ਵਿੱਚ ਗੁਰੂ ਸਾਹਿਬ ਨੇ ਦੇ ਇਹ ਕੌਤਕ ਦਰਸਾ ਰਹੇ ਸਨ ਕਿ ਹੁਣ ਉਹ ਬਾਦਸ਼ਾਹ ਦਰਵੇਸ਼ ਜਗਤ ਵਿੱਚ ਆ ਗਿਆ ਆ, ਜਿਹਨੇ ਬਰਾਬਰਤਾ ਲਿਆਉਣੀ। ਸੋਨੇ ਦੇ ਕੰਗਣ ਤੇ ਕੇਵਲ ਅਮੀਰ ਆਦਮੀ ਪਾ ਸਕਦੇ ਨੇ, ਪਰ ਪੰਥ ਨੂੰ ਇੱਕ ਕਰਨਾ ਹੈ, ਸਭ ਨੂੰ ਬਰਾਬਰ ਕਰਨਾ ਹੈ, ਸਾਰਿਆਂ ਨੂੰ ਦੇਖਣਾ ਹੈ, ਸਾਰਿਆਂ ਵਿੱਚ ਰੱਬ ਨਜ਼ਰ ਆਉਣਾ ਚਾਹੀਦਾ ਹੈ। ਇਸ ਲਈ ਸਭ ਨੂੰ ਬਰਾਬਰ ਦੇਖਣ ਦੇ ਲਈ, ਸਾਰਿਆਂ ਦੇ ਵਿੱਚ ਬਰਾਬਰਤਾ ਕਰਨ ਲਈ ਇਹ ਕਿਹਾ ਵੀ ਉਹ ਕੜੇ ਪਾਉਣੇ ਨੇ ਜਿਹੜੇ ਸਾਰੇ ਪਾ ਸਕਦੇ ਹੋਣ, ਕੇਵਲ ਉਹ ਨਹੀਂ ਜਿਹੜਾ ਅਮੀਰ ਪਾ ਲਵੇ ਤੇ ਗਰੀਬ ਨਾ ਪਾ ਸਕੇ। ਇਸ ਲਈ ਸਤਿਗੁਰੂ ਜੀ ਨੇ ਸੋਨੇ ਦੇ ਕੰਗਣ ਉਸ ਵੇਲੇ ਗੰਗਾ ਵਿੱਚ ਸੁੱਟ ਦਿੱਤੇ ਸਨ ਵੀ ਇਹ ਸੋਨੇ ਦੇ ਕੰਗਣ ਨਹੀਂ, ਮੈਂ ਉਹ ਖਾਲਸਾ ਪੈਦਾ ਕਰਾਂਗਾ ਜਿਹੜਾ ਲੋਹੇ ਦੇ ਕੜੇ ਪਾਏਗਾ, ਪਰ ਉਸ ਕੜੇ ਦੀ ਭੂਮਿਕਾ ਵੀ ਨਿਭਾਏਗਾ, ਹਮੇਸ਼ਾ ਸੱਚ, ਧਰਮ ਤੇ ਨੇਕੀ ਦੇ ਰਾਹ ਤੇ ਚੱਲੇਗਾ। ਇਸ ਤਰ੍ਹਾਂ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ। ਹੁਣ ਧਿਆਨ ਦੇਣਾ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਵੱਡੇ ਹੁੰਦੇ ਨੇ, 5 ਸਾਲ ਦੀ ਉਮਰ ਹੁੰਦੀ ਹੈ, ਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਵੇਲੇ ਪ੍ਰਚਾਰਕ ਦੌਰੇ ਤੋਂ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਸ ਆਉਂਦੇ ਨੇ ਤੇ ਪਰਿਵਾਰ ਨੂੰ ਸੁਨੇਹਾ ਭੇਜਦੇ ਨੇ ਵੀ ਹੁਣ ਇੱਥੇ ਆਓ, ਪਰਿਵਾਰ ਸਮੇਤ ਗੁਰੂ ਸਾਹਿਬ ਨੂੰ ਇੱਥੇ ਮਿਲਦੇ ਨੇ। ਪਹਿਲੀ ਵਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਮਿਲਦੇ ਨੇ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦੇ ਨੇ ਪਹਿਲੀ ਵਾਰ, ਪਿਤਾ ਗੁਰੂ ਦੇ ਦਰਸ਼ਨ ਕਰਨੇ, ਕੇਵਲ ਇਕੱਲੇ ਪਿਤਾ ਨਹੀਂ, ਪਿਤਾ ਗੁਰੂ ਨੇ, ਤੇ ਆਉਂਦਿਆਂ ਹੀ ਉਹਨਾਂ ਦੇ ਮੁਖ ਵਿੱਚੋਂ ਕੋਈ ਹੋਰ ਸ਼ਬਦ ਨਹੀਂ ਨਿਕਲਿਆ। ਕਿ ਬਾਣੀ ਨਾਲ ਪਿਆਰ ਸੀਗਾ ਬਚਪਨ ਤੋਂ ਹੀ, ਬਾਣੀ ਪੜ੍ਹਦੇ ਸਨ, ਮਾਂ ਗੋਦ ਵਿੱਚ ਬਿਠਾ ਕੇ ਮਾਤਾ ਗੁਜਰ ਕੌਰ ਬਾਣੀ ਪੜ੍ਹਦੇ ਸਨ। ਔਰ ਆਉਂਦਿਆਂ ਹੀ ਪਿਤਾ ਨੂੰ ਮਿਲੇ ਜਦੋਂ, ਕਹਿਣ ਲੱਗੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕੁਝ ਇਤਿਹਾਸਕਾਰਾਂ ਨੇ ਲਿਖਿਆ ਵੀ ਜਦੋਂ ਸਤਿਗੁਰਾਂ ਨੇ ਇਹ ਬਚਨ ਬੋਲੇ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕੇਵਲ ਪਿਤਾ ਹੀ ਨਹੀਂ, ਮੈਂ ਸਤਿਗੁਰੂ ਪਿਤਾ ਪ੍ਰਾਪਤ ਕਰ ਲਿਆ, ਮੈਨੂੰ ਆਨੰਦ ਆ ਗਿਆ। ਉਹ ਸ਼ਬਦ ਜੋ ਕਿ ਸਤਿਗੁਰੂ ਧੰਨ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਦਾ ਰਚਿਤ ਹੈ ਬਾਣੀ, ਉਹ ਬਾਣੀ ਦਾ ਸ਼ਬਦ ਸਤਿਗੁਰਾਂ ਨੇ ਉੱਥੇ ਗਾਇਆ। ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੜਾ ਚੰਗਾ ਲੱਗਿਆ ਵੀ ਮੇਰੇ ਪੁੱਤਰ ਨੂੰ ਇੱਥੇ ਆ ਕੇ ਆਨੰਦ ਮਹਿਸੂਸ ਹੋਇਆ। ਇਹ ਮਾਖੋਵਾਲ ਦੀ ਧਰਤੀ ਸੀ ਜਿਹੜੀ ਸਤਿਗੁਰਾਂ ਨੇ ਖਰੀਦੀ ਸੀ, ਇਹ ਵਸਾਇਆ ਸੀ ਸ਼ਹਿਰ ਸਤਿਗੁਰਾਂ ਨੇ। ਔਰ ਸਤਿਗੁਰਾਂ ਨੇ ਫਿਰ ਕਹਿੰਦੇ, ਕੁਝ ਇਤਿਹਾਸਕਾਰ ਲਿਖਦੇ ਨੇ ਵੀ ਉਸ ਵੇਲੇ ਆਪਣੇ ਪੁੱਤਰ ਦੇ ਮੂੰਹ ਤੋਂ ਇਹ ਆਨੰਦ ਭਇਆ ਮੇਰੀ ਮਾਏ ਸ਼ਬਦ ਸੁਣ ਕੇ ਇਸ ਨਗਰੀ ਦਾ ਨਾਂ ਹੀ ਆਨੰਦਪੁਰ ਰੱਖ ਦਿੱਤਾ ਸੀ, ਆਨੰਦਪੁਰ ਸਾਹਿਬ ਰਹਿ ਗਿਆ ਸੀ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਥੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਿਦਿਆ ਦਾ ਇੰਤਜ਼ਾਮ ਕੀਤਾ, ਵਿਦਿਆ ਦਵਾਈ। ਜਿੱਥੇ ਵਿਦਿਆ ਲੈ ਰਹੇ ਨੇ ਉੱਥੇ ਨਾਲ ਨਾਲ ਘੋੜ ਸਵਾਰੀ ਵੀ ਸਿੱਖ ਰਹੇ ਨੇ, ਸ਼ਸਤਰ ਵਿਦਿਆ ਵੀ ਸਿੱਖਦੇ ਨੇ, ਬੜੇ ਨਿਪੁੰਨ ਹੋਏ ਸ਼ਸਤਰ ਵਿਦਿਆ ਦੇ ਵਿੱਚ ਸਤਿਗੁਰੂ। ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਆਪ ਤੇਗ ਦੇ ਧਨੀ ਸਨ। ਕਿਉਂਕਿ ਇਹਦਾ ਸਬੂਤ ਸਾਨੂੰ ਇਹ ਮਿਲਦਾ ਹੈ ਕਿ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚੌਥੀ ਕਰਤਾਰਪੁਰ ਦੀ ਜੰਗ ਹੈ ਨਾ, ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਐਸੀ ਤੇਗ ਚਲਾਈ ਸੀ, ਔਰ ਇਸ ਢੰਗ ਨਾਲ ਤੇਗ ਚਲਾਈ ਸੀ ਵੀ ਜਿਹਦੇ ਤੋਂ ਕੁਝ ਵਿਦਵਾਨਾਂ ਨੇ ਤੇ ਇਹ ਕਿਹਾ ਵੀ ਨਾਮ ਹੀ ਉਸ ਵੇਲੇ ਜਿਹੜਾ ਆ ਤੇਗ ਬਹਾਦਰ ਰੱਖਿਆ ਗਿਆ ਸੀ।
ਪਰ ਕੁਝ ਵਿਦਵਾਨ ਇਹ ਸਮਝਦੇ ਨੇ ਵੀ ਬਚਪਨ ਤੋਂ ਹੀ ਉਹਨਾਂ ਦਾ ਨਾਮ ਗੁਰੂ ਤੇਗ ਬਹਾਦਰ ਸੀ। ਇਸ ਅਸੀਂ ਕੰਟਰੋਵਰਸੀ 'ਚ ਨਹੀਂ ਪਾਵਾਂਗੇ, ਪਰ ਇਹ ਗੱਲ ਜਿਹੜੀ ਜ਼ਰੂਰ ਆ ਕਿ ਗੁਰੂ ਸਾਹਿਬ ਨੇ ਤੇਗ ਦੇ ਬੜੇ ਜੌਹਰ ਦਿਖਾਏ ਸੀ, ਜਿਹਦੇ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ ਸਨ, ਬਹੁਤ ਪ੍ਰਸੰਨ ਹੋਏ ਸਨ। ਔਰ ਇਸ ਕਰਕੇ ਸ਼ਸਤਰ ਵਿਦਿਆ ਸਤਿਗੁਰੂ ਆਪ ਵੀ ਜਾਣਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਸ਼ਸਤਰ ਵਿਦਿਆ ਸਿਖਾਈ ਗਈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੀ ਜਦੋਂ ਉਹਨਾਂ ਦੀ ਉਮਰ ਹੋਈ ਨਾ, ਤੇ ਉਸ ਵੇਲੇ ਔਰੰਗਜ਼ੇਬ ਨੇ ਆਪਣੇ ਜ਼ੁਲਮ ਹੋਰ ਵਧੇਰੇ ਕਰ ਦਿੱਤੇ। ਔਰੰਗਜ਼ੇਬ ਦੇ ਜ਼ੁਲਮ ਜਦੋਂ ਵੱਧਦੇ ਗਏ ਤੇ ਉਹਨੇ ਸਭ ਤੋਂ ਵੱਡਾ ਹਮਲਾ ਕਸ਼ਮੀਰ ਵਿੱਚ ਕੀਤਾ। ਤੇ ਕਸ਼ਮੀਰ ਵਿੱਚ ਹਮਲਾ ਕਰਨ ਦਾ ਮਤਲਬ ਇਹ ਸੀ ਕਿ ਉੱਥੇ ਹਿੰਦੂ ਧਰਮ ਦਾ ਜਿਹੜਾ ਮੁੱਢ ਸੀ, ਬੜੇ ਬੜੇ ਵਿਦਵਾਨ ਉੱਥੇ ਹੁੰਦੇ ਸਨ, ਪੰਡਿਤ ਸਨ ਉੱਥੇ, ਔਰ ਹਿੰਦੂ ਧਰਮ ਦੇ ਬੜੇ ਬੜੇ ਵਿਦਵਾਨ ਪੁਰਖ ਉੱਥੇ ਬੈਠੇ ਸਨ। ਤੇ ਜੇ ਉਹਨਾਂ ਨੂੰ ਮੁਸਲਮਾਨ ਬਣਾ ਲਿਆ ਗਿਆ ਤੇ ਆਮ ਜਨਤਾ ਨੂੰ ਬਣਾਉਣਾ ਤੇ ਬੜਾ ਸੌਖਾ ਸੀ। ਇਸ ਲਈ ਹੁਕਮ ਕਰ ਦਿੱਤਾ ਗਿਆ ਵੀ ਇਹਨਾਂ ਦੇ ਜੰਜੂ ਲਾਏ ਜਾਣ, ਜਨੇਊ ਲਾਏ ਜਾਣ, ਇਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ, ਇਹਨਾਂ ਦਾ ਧਰਮ ਤਬਦੀਲ ਕਰ ਦਿੱਤਾ ਜਾਵੇ ਜ਼ਬਰ ਦੇ ਨਾਲ। ਇੱਥੇ ਮੈਂ ਇੱਕ ਗੱਲ ਕਹਾਂਗਾ ਕਿ ਸਾਡੇ ਮਤ ਦੇ ਵਿੱਚ ਜ਼ਬਰ ਨਹੀਂ ਹੈ, ਕਿਸੇ ਥਾਂ ਤੇ ਵੀ ਜ਼ਬਰ ਨਹੀਂ। ਈਵਨ ਹੋਰ ਧਰਮਾਂ ਨੇ, ਹੋਰ ਲੋਕਾਂ ਨੇ, ਜਿਹੜੇ ਹੋਰ ਲੋਕਾਂ ਦੇ ਧਰਮ ਨੇ, ਉਹਨਾਂ ਨੇ ਤਲਵਾਰ ਦੇ ਬਲ ਨਾਲ ਵੀ ਆਪਣੇ ਧਰਮ ਨੂੰ ਫੈਲਾਇਆ। ਜਿਵੇਂ ਔਰੰਗਜ਼ੇਬ ਵੀ ਆਪਣੇ ਤਲਵਾਰ ਦੀ ਜ਼ੋਰ ਤੇ, ਆਪਣੀ ਰਾਜਨੀਤਿਕ ਸ਼ਕਤੀ ਦੇ ਜ਼ੋਰ ਤੇ ਧਰਮ ਫੈਲਾਉਂਦਾ ਹੈ। ਪਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜੀਆਂ, ਛੋਟੀਆਂ ਵੱਡੀਆਂ ਕੁੱਲ ਮਿਲਾ ਕੇ 14 ਜੰਗਾਂ ਬਣਦੀਆਂ ਨੇ। ਇਹਨਾਂ 14 ਜੰਗਾਂ ਵਿੱਚ ਇੱਕ ਵੀ ਜੰਗ ਸਿੱਖੀ ਦੇ ਪ੍ਰਚਾਰ ਵਾਸਤੇ ਨਹੀਂ ਕੀਤੀ ਵੀ ਜੰਗ ਦੇ ਨਾਲ ਮੈਂ ਪ੍ਰਚਾਰ ਕਰ ਰਿਹਾ ਜਾਂ ਸਿੱਖ ਵਧਾ ਰਿਹਾ, ਆਪਣੇ ਪੰਥ ਨੂੰ ਵਧਾ ਰਿਹਾ। ਨਾ ਉਹ ਜੰਗ ਜਰ ਜੋਰੂ ਤੇ ਜ਼ਮੀਨ ਲਈ ਹੋਈ, ਕੋਈ ਆਪਣੇ ਹੇਤ ਲਈ ਨਹੀਂ ਹੋਈ, ਆਪਣੇ ਪਰਿਵਾਰ ਲਈ ਨਹੀਂ ਹੋਈ। ਸਾਰੀਆਂ ਜੰਗਾਂ ਜਿਹੜੀਆਂ ਸਨ ਜ਼ਾਲਮ ਨੂੰ ਖਤਮ ਕਰਨ ਲਈ, ਮਨੁੱਖਤਾ ਨੂੰ ਇਨਸਾਫ ਦਿਵਾਉਣ ਲਈ ਤੇ ਮਜ਼ਲੂਮਾਂ ਦੇ ਹੱਕ ਲਈ ਹੋਈ। ਸਾਰੀਆਂ ਜੰਗਾਂ ਸਤਿਗੁਰੂ ਜੀ ਨੇ ਕੀਤੀਆਂ। ਹੁਣ 9 ਸਾਲ ਦੀ ਉਮਰ ਦੇ ਵਿੱਚ ਜਦੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਬੈਠੇ ਨੇ, ਤੇ ਉਸ ਵੇਲੇ 9 ਸਾਲ ਦੀ ਉਮਰ ਵਿੱਚ ਕਸ਼ਮੀਰੀ ਪੰਡਤ ਆਏ ਨੇ, ਦਇਆ ਰਾਮ ਉਹਨਾਂ ਦਾ ਮੁਖੀ ਹੋ ਕੇ ਆਇਆ ਹੈ। ਬਾਕੀ ਸਾਰੇ ਪੰਡਤ ਜਿਹੜੇ ਨੇ ਉਹ ਵੀ ਕੁਝ ਉਹਦੇ ਨਾਲ ਆਏ ਨੇ। ਔਰ ਜਦੋਂ ਆਏ ਨੇ ਤੇ ਇਹਨਾਂ ਦੇ ਚਿਹਰੇ ਜਿਹੜੇ ਨੇ ਮੁਰਝਾਏ ਹੋਏ, ਅੱਖਾਂ ਵਿੱਚ ਹੰਝੂ ਨੇ, ਮੱਥਿਆਂ ਤੇ ਇਹਨਾਂ ਦੇ ਤਿਲਕ ਲੱਗੇ ਨੇ, ਮੋਟੀਆਂ ਮੋਟੀਆਂ ਅੱਖਾਂ ਵਿੱਚ ਮੋਟੇ ਮੋਟੇ ਹੰਝੂ। ਔਰ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਇਹ ਪੁਕਾਰ ਕੀਤੀ ਕਿ ਮਹਾਰਾਜ ਸਾਡੇ ਧਰਮ ਦੀ ਬੇੜੀ ਡੁੱਬ ਰਹੀ, ਔਰੰਗਜ਼ੇਬ ਐਸਾ ਤੂਫਾਨ ਬਣ ਕੇ ਆਇਆ ਹੈ ਕਿ ਸਾਡੇ ਧਰਮ ਦੀ ਬੇੜੀ ਨੂੰ ਇਹਨਾਂ ਡੋਬ ਦੇਣਾ ਹੈ। ਇਸ ਤੂਫਾਨ ਤੋਂ ਤਾਂ ਹੀ ਸਾਡੇ ਧਰਮ ਦੀ ਬੇੜੀ ਬਚ ਸਕਦੀ ਹੈ ਜੇ ਕਿ ਤੁਸੀਂ ਸਾਡੀ ਬੇੜੀ ਦੇ ਮਲਾਹ ਤੁਸੀਂ ਬਣ ਜਾਓ। ਭਾਵ ਇਹ ਸੀ ਕਿ ਸਾਡੇ ਧਰਮ ਨੂੰ ਤੁਸੀਂ ਬਚਾ ਸਕਦੇ ਹੋ, ਤੁਹਾਡੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਐਸਾ ਜਿਹੜਾ ਸਾਡੇ ਧਰਮ ਨੂੰ ਬਚਾ ਸਕੇ, ਸਾਡੇ ਧਰਮ ਦੀ ਡੁੱਬਦੀ ਹੋਈ ਬੇੜੀ ਨੂੰ ਬਚਾ ਸਕੇ, ਐਸਾ ਕੋਈ ਹੈ ਹੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਇੱਕ ਡੂੰਘੀ ਵਿਚਾਰ ਵਿੱਚ, ਸੋਚ ਵਿੱਚ, ਇਹਨੇ ਨੂੰ ਇਤਿਹਾਸ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹਨਾਂ ਦਾ ਨਾਮ ਗੋਬਿੰਦ ਰਾਏ ਆ, ਉਸ ਵਕਤ 9 ਸਾਲ ਦੀ ਉਮਰ ਵਿੱਚ ਆਏ, ਆ ਕੇ ਆਪਣੇ ਪਿਤਾ ਸਤਿਗੁਰੂ ਜੀ ਨੂੰ ਕਹਿੰਦੇ ਨੇ, ਪਿਤਾ ਜੀ ਇਹ ਲੋਕ ਇੰਨੇ ਮਾਯੂਸ ਕਿਉਂ ਨੇ, ਇਹਨਾਂ ਦੇ ਚਿਹਰੇ ਕਿਉਂ ਮੁਰਝਾਏ ਨੇ, ਪਿਤਾ ਜੀ ਰੋ ਕਿਉਂ ਰਹੇ ਨੇ, ਕੀ ਕਾਰਨ ਹੈ? ਜਿਸ ਵੇਲੇ ਇਹ ਗੱਲ ਕਹੀ ਤੇ ਸਤਿਗੁਰਾਂ ਨੇ ਕਿਹਾ ਵੀ ਇਹਨਾਂ ਦਾ ਧਰਮ ਦਾ ਬੇੜਾ ਡੁੱਬ ਰਿਹਾ ਹੈ। ਮਹਾਰਾਜ ਫਿਰ ਤੁਸੀਂ ਕਰੋ ਕੁਛ। ਸਤਿਗੁਰੂ ਜੀ ਜੇ ਤੁਹਾਡੇ ਕੋਲ ਆਏ ਨੇ ਤੇ ਗੁਰੂ ਨਾਨਕ ਦਾ ਦਰ ਘਰ ਐਸਾ ਆ, ਜੋ ਇੱਥੇ ਆਉਂਦਾ ਆ ਉਹਦੀ ਮਦਦ ਹੁੰਦੀ ਹੈ, ਮਹਾਰਾਜ ਤੁਸੀਂ ਮਦਦ ਕਰੋ ਇਹਨਾਂ ਦੀ। ਹੁਣ ਨਿੱਕਾ ਜਿਹਾ ਬਾਲਕ ਆ, 9 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ? ਤੁਸੀਂ ਆਪਣੇ ਆਪ ਦੇਖੋ ਵੀ 9 ਸਾਲ ਦੀ ਉਮਰ ਦੇ ਵਿੱਚ ਜਿਹੜੇ 9 ਸਾਲ ਦੇ ਬੱਚੇ ਨੇ ਉਹ ਸੋਚ ਕੇ ਦੇਖੋ ਵੀ ਕੀ ਕਰ ਸਕਦੇ ਹੁੰਦੇ। ਔਰ ਉਸ ਵੇਲੇ ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਦੇ ਧਰਮ ਦਾ ਬੇੜਾ ਤਾਂ ਬਚੇਗਾ
ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ। ਬਲੀਦਾਨ ਦੇਣਾ ਪਵੇਗਾ, ਕੁਰਬਾਨੀ ਦੇਣੀ ਪਵੇਗੀ। ਤੇ ਸਤਿਗੁਰੂ ਜੀ ਨੇ ਉਸ ਵੇਲੇ ਉਸੇ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਕਹਿਣ ਲੱਗੇ ਤੁਹਾਡੇ ਨਾਲੋਂ ਵੱਡਾ ਬਲੀ ਮਹਾਂਪੁਰਖ ਕੌਣ ਹੋ ਸਕਦਾ? ਕੋਈ ਨਹੀਂ ਹੋ ਸਕਦਾ ਤੁਹਾਡੇ ਨਾਲੋਂ ਵੱਡਾ ਮਹਾਂਪੁਰਖ। ਭਾਵ ਇਸ਼ਾਰਾ ਸੀ ਵੀ ਤੁਸੀਂ ਆਪਣਾ ਬਲਿਦਾਨ ਭਾਵੇਂ ਦੇ ਦਿਓ, ਪਰ ਇਹਨਾਂ ਦੇ ਧਰਮ ਦੇ ਬੇੜੇ ਨੂੰ ਡੁੱਬਣ ਨਾ ਦਿਓ। 9 ਸਾਲ ਦਾ ਬੱਚਾ ਧਰਮ ਦੀ ਖਾਤਰ ਆਪਣਾ ਪਿਤਾ ਤੋੜ ਦੇ ਆਇਆ। ਸਤਿਗੁਰਾਂ ਨੇ ਆਖਿਆ ਵੀ, ਕਹਿਣ ਲੱਗੇ ਪੁੱਤਰ ਮੈਂ ਚਲਾ ਗਿਆ ਨਾ ਤੇ ਤੇਰੇ ਸਿਰ ਤੋਂ ਪਿਤਾ ਦਾ ਸਾਇਆ ਚਲਾ ਜਾਣਾ ਹੈ, ਪਿਤਾ ਦਾ ਸਾਇਆ ਉੱਠ ਜਾਏਗਾ। ਉਹ ਸਾਧ ਸੰਗਤ ਪਤਾ ਹੈ, ਪਿਤਾ ਦਾ ਸਾਇਆ ਉੱਠ ਜਾਵੇ ਕਿੰਨੇ ਦੁੱਖਾਂ ਵਿੱਚ ਰਹਿਣਾ ਪੈਂਦਾ ਹੈ। ਜਿਸ ਵੇਲੇ ਇਹ ਕਿਹਾ ਨਾ ਵੀ ਪਿਤਾ ਦਾ ਸਾਇਆ ਉੱਠ ਜਾਏਗਾ, ਉਸ ਵਕਤ ਗੁਰੂ ਸਾਹਿਬ ਕਹਿੰਦੇ ਮੇਰੇ ਸਿਰ ਤੋਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਜੀ ਕਹਿੰਦੇ ਮੈਂ ਆਪਣੇ ਸਿਰ ਤੋਂ ਪਿਤਾ ਦਾ ਸਾਇਆ ਤਾਂ ਉਠਾ ਸਕਦਾ ਹਾਂ, ਪਰ ਕਿਸੇ ਦੇ ਸਿਰ ਤੋਂ ਧਰਮ ਦਾ ਸਾਇਆ ਉੱਠੇ ਮੈਨੂੰ ਇਹ ਕਬੂਲ ਨਹੀਂ। ਆਹ ਸ਼ਖਸੀਅਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। 9 ਸਾਲ ਦੀ ਉਮਰ ਵਿੱਚ ਉਹਨਾਂ ਨੇ ਪਿਤਾ ਤੋੜ ਦਿੱਤਾ। ਹੁਣ ਪਿਤਾ ਦੇ ਜਾਣ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਗੋਬਿੰਦ ਰਾਏ ਨਾਮ ਹੈ ਵੈਸੇ, ਗੋਬਿੰਦ ਸਿੰਘ ਜੀ ਬੋਲੂੰਗਾ, ਉਹ ਗੁਰਗੱਦੀ ਤੇ ਬੈਠੇ ਨੇ, ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣੇ ਆਨੰਦਪੁਰ ਸਾਹਿਬ ਦੀ ਧਰਤੀ ਤੇ। ਪਰ ਉਧਰੋਂ ਗੱਦੀ ਤੇ ਬੈਠੇ ਨੇ ਤੇ ਪਿਤਾ ਜੀ ਸ਼ਹੀਦ ਹੋ ਗਏ ਨੇ। ਹੁਣ ਉਹਨਾਂ ਦਾ ਸੀਸ ਜਿਹੜਾ ਆ ਚਾਂਦਨੀ ਚੌਂਕ ਦੇ ਵਿੱਚ, ਆਪ ਜਾਣਦੇ ਹੋ, ਜ਼ਾਲਮਾਂ ਨੇ ਸੀਸ ਧੜ ਨਾਲੋਂ ਵੱਖਰਾ ਕਰ ਦਿੱਤਾ ਸੀ। ਔਰ ਉਸ ਸੀਸ ਨੂੰ ਚੁੱਕ ਕੇ ਆਨੰਦਪੁਰ ਸਾਹਿਬ ਭਾਈ ਜੈਤਾ ਜੀ ਲੈ ਕੇ ਆਏ, ਬਾਬਾ ਜੀਵਨ ਸਿੰਘ ਜੀ ਨੂੰ ਕਹਿੰਦੇ ਨੇ, ਉਹ ਲੈ ਕੇ ਆਏ ਕਿੰਨੀਆਂ ਕਠਿਨਾਈਆਂ ਵਿੱਚੋਂ ਲੰਘ ਕੇ। ਔਰ ਲੱਖੀ ਸਾਹਿਬ ਵਣਜਾਰੇ ਨੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧੜ ਚੁੱਕਿਆ ਤੇ ਆਪਣੇ ਘਰ ਵਿਖੇ, ਜਿੱਥੇ ਉਹ ਰਕਾਬਗੰਜ ਗੁਰਦੁਆਰਾ ਦਿੱਲੀ, ਉੱਥੇ ਉਹਨਾਂ ਦਾ ਘਰ ਸੀ, ਉਸ ਲੱਖੀ ਸਾਹਿਬ ਵਣਜਾਰੇ ਨੇ ਉੱਥੇ ਆਪਣੇ ਘਰ ਨੂੰ ਹੀ ਅੱਗ ਲਾ ਕੇ ਧੰਨ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕੀਤਾ। ਹੁਣ ਇੱਕ ਅਦੁੱਤੀ ਸ਼ਖਸੀਅਤ ਆ ਜਿਹਦਾ ਸੰਸਕਾਰ 2 ਥਾਂ ਤੇ ਹੋਇਆ। ਵੀ ਅੱਜ ਤੱਕ ਕੋਈ ਐਸਾ ਮਨੁੱਖ ਨਹੀਂ ਹੋਣਾ ਜਿਹਦਾ ਸੰਸਕਾਰ 2 ਥਾਵਾਂ ਤੇ ਹੋਇਆ ਹੋਵੇ। ਮ੍ਰਿਤਕ ਸੰਸਕਾਰ ਜਿਹੜਾ ਅੰਤਮ ਸੰਸਕਾਰ, ਧੜ ਦਾ ਵੱਖਰਾ, ਸੀਸ ਦਾ ਵੱਖਰਾ। ਆਨੰਦਪੁਰ ਵਿੱਚ ਸੀਸ ਦਾ ਸੰਸਕਾਰ ਹੋਇਆ ਔਰ ਧੜ ਦਾ ਸੰਸਕਾਰ ਜਿਹੜਾ ਆ ਉਹ ਦਿੱਲੀ ਵਿੱਚ ਹੋਇਆ। ਹੁਣ ਜਦੋਂ ਸੀਸ ਚੁੱਕ ਕੇ ਲਿਆਏ ਨੇ, ਧਿਆਨ ਦੇਣਾ, ਜਦੋਂ ਕੋਈ ਮਹਾਰਾਜਾ ਗੱਦੀ ਤੇ ਬੈਠਦਾ ਨਾ ਤੇ ਉਹਨੂੰ ਨਜ਼ਰਾਨੇ ਮਿਲਦੇ ਨੇ, ਤੇ ਨਜ਼ਰਾਨੇ ਜਦੋਂ ਮਿਲਦੇ ਨੇ ਨਾ, ਉਹ ਵੱਡੀਆਂ ਵੱਡੀਆਂ ਭੇਟਾਵਾਂ ਹੁੰਦੀਆਂ ਉਹਨਾਂ ਵਿੱਚ। ਤੇ ਗੁਰੂ ਸਾਹਿਬ ਨੂੰ ਕੀ ਨਜ਼ਰਾਨਾ ਮਿਲਿਆ ਹੈ? ਗੱਦੀ ਤੇ ਬੈਠਣ ਤੋਂ ਬਾਅਦ ਪਹਿਲਾ ਨਜ਼ਰਾਨਾ ਮਿਲਿਆ ਆ ਆਪਣੇ ਪਿਤਾ ਦਾ ਧੜ ਤੋਂ ਬਿਨਾਂ ਕੱਟਿਆ ਹੋਇਆ ਸੀਸ, ਜਿਹੜਾ ਗੁਰੂ ਨੇ ਝੋਲੀ ਪਵਾਇਆ। ਹੈ ਕੋਈ ਐਸਾ? ਔਰ ਉਸ ਵੇਲੇ ਸੀਸ ਝੋਲੀ ਵਿੱਚ ਪਵਾ ਕੇ ਆਖਿਆ ਸੀ, ਹੁਣ ਜ਼ਾਲਮ ਦੀ ਜੜ ਪੁੱਟਣ ਦਾ ਵਕਤ ਆ ਗਿਆ ਹੈ। ਫਿਰ ਸਤਿਗੁਰਾਂ ਨੇ ਉਸ ਵੇਲੇ ਤੋਂ ਹੀ ਫੌਜਾਂ ਸਾਜਣੀਆਂ ਸ਼ੁਰੂ ਕਰ ਦਿੱਤੀਆਂ ਸਨ। ਔਰ ਸਭ ਤੋਂ ਵੱਡੀ ਗੱਲ ਇਹ ਸੀ, ਉਹਨਾਂ ਲੋਕਾਂ ਨੂੰ ਜਥੇਬੰਦ ਕਰਨਾ, ਫੌਜ ਬਣਾਉਣੀ ਉਹਨਾਂ ਲੋਕਾਂ ਦੀ ਜਿਹੜੇ ਬੜੇ ਡਰਪੋਕ ਸਨ, ਜਿਹੜੇ ਲਤੜੇ ਹੋਏ ਸਨ, ਜਿਹੜੇ ਗਰੀਬ ਸਨ, ਜਿਨ੍ਹਾਂ ਨੂੰ ਅਖੌਤੀ ਨੀਵੀਆਂ ਜਾਤੀਆਂ ਦੇ ਕਹਿੰਦੇ ਸਨ, ਜਿਹੜੇ ਕਦੇ ਸੀਸ ਚੁੱਕ ਕੇ ਤੁਰਨਾ ਵੀ ਨਹੀਂ ਜਾਣਦੇ ਸਨ, ਜਿਨ੍ਹਾਂ ਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਆ ਵੀ ਉਹ ਇਹ ਕਹਿੰਦੇ ਸਨ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉਡੇ ਤੇ ਹਮ ਡਰ ਜਾਏ, ਮੁਗਲਨ ਸੇ ਕੈਸੇ ਲੜ ਪਾਏ। ਉਹਨਾਂ ਲੋਕਾਂ ਨੂੰ ਜਥੇਬੰਦ ਕਰਨਾ ਇੱਕ ਬੜੀ ਵੱਡੀ ਗੱਲ ਹੁੰਦੀ ਹੈ। ਕੈਸੇ ਜਰਨੈਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਏਡੇ ਵੱਡੇ ਜਰਨੈਲ ਨੇ ਵੀ ਜੇ ਇੱਕ ਜਰਨੈਲ ਹੁੰਦਾ ਨਾ ਤੇ ਉਹਦੇ ਕੋਲ ਸਿੱਖਿਅਤ ਲੋਕ ਆਉਂਦੇ ਨੇ, ਜਿਹੜੇ ਜੰਗ ਯੁੱਧ ਦੇ ਬਾਰੇ ਜਾਣਦੇ ਨੇ, ਜਿਹੜੇ ਸ਼ਮਸ਼ੀਰ ਚਲਾਉਣੀ ਜਾਣਦੇ ਨੇ, ਜਿਹੜੇ ਹਥਿਆਰ ਨੇਜਾਬੰਦੀ ਨੂੰ ਜਾਣਦੇ ਨੇ, ਤੀਰ ਕਮਾਨ ਚਲਾਉਣਾ ਜਾਣਦੇ ਨੇ, ਔਰ ਉਹਨਾਂ ਨੂੰ ਟ੍ਰੇਨਡ ਕਰਕੇ ਹੋਰ ਸ਼ਕਤੀਸ਼ਾਲੀ ਬਣਾਇਆ ਜਾਂਦਾ। ਪਰ ਜਿਨ੍ਹਾਂ ਨੇ ਕਦੇ ਕਰਦ ਵੀ ਪਕੜ ਕੇ ਨਾ ਦੇਖੀ ਹੋਵੇ ਨੰਗੀ, ਉਹਨਾਂ ਦੇ ਹੱਥ ਵਿੱਚ ਬੰਦੂਕ ਦੇਣੀ, ਉਹਨਾਂ ਦੇ ਹੱਥ ਵਿੱਚ ਤੀਰ ਕਮਾਨ ਦੇਣਾ, ਉਹਨਾਂ ਦੇ ਹੱਥ ਵਿੱਚ ਸ਼ਮਸ਼ੀਰ ਫੜਾਉਣੀ,
ਕਿੰਨਾ ਔਖਾ ਕੰਮ ਸੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕਰ ਦਿਖਾਇਆ। ਇੱਕ ਦਿਨ ਉਹੀ ਮਨੁੱਖ ਕਹਿਣ ਲੱਗਾ ਵੀ ਅੱਜ ਹੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੌਤ ਦੀ ਵੀ ਮੈਨੂੰ ਪਰਵਾਹ ਨਹੀਂ, ਹੁਣ ਮੈਂ ਸਾਰਿਆਂ ਨੂੰ ਅੱਗੇ ਲਾ ਸਕਦਾ ਹਾਂ। ਔਰ ਹੋਇਆ ਵੀ ਐਸਾ ਹੀ। ਉਹੀ ਸਨ 40 ਸਿੰਘ ਜਿਹੜੇ 10 ਲੱਖ ਫੌਜ ਨਾਲ ਚਮਕੌਰ ਦੀ ਗੜੀ ਵਿੱਚ ਲੜੇ। ਇਹ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੀ ਤਾਂ ਸੀ, ਇੱਕ ਵੱਡੀ ਕਰਾਮਾਤ ਇਹ ਸੀ। ਅਸੀਂ ਹੋਰ ਕਰਾਮਾਤਾਂ ਨੂੰ ਤੇ ਮੰਨਦੇ ਹਾਂ, ਪਰ ਇਹ ਕਰਾਮਾਤ ਨਹੀਂ ਜਿਨ੍ਹਾਂ ਕਦੇ ਕਰਦ ਵੀ ਨਹੀਂ ਪਕੜੀ। ਉਹ 40 ਬੰਦੇ 10 ਲੱਖ ਬੰਦੇ ਨਾਲ, 10 ਲੱਖ ਫੌਜ ਨਾਲ ਮੁਕਾਬਲਾ ਕਰਨ ਤੇ ਹਾਰ ਵੀ ਨਾ ਮੰਨਣ। ਬੜੀ ਵੱਡੀ ਸ਼ਖਸੀਅਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ। ਖੈਰ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸੈਨਾ ਤਿਆਰ ਕੀਤੀ, ਫੌਜਾਂ ਤਿਆਰ ਕੀਤੀਆਂ, ਭੇਟਾਵਾਂ ਆਉਣ ਲੱਗ ਪਈਆਂ, ਸਿੱਖ ਸੰਗਤਾਂ ਆਉਣ ਲੱਗ ਪਈਆਂ, ਸਾਨੂੰ ਸ਼ੌਕਤ ਬੜੀ ਵੱਧ ਗਈ। ਹੁਣ ਤੇ ਆਂਦੇ ਨਾ ਕੇਵਲ ਇੰਨੀ ਨਹੀਂ, 42 ਸਾਲ ਦੀ ਉਮਰ ਵਿੱਚ ਜੋ ਕਾਰਨਾਮੇ ਕੀਤੇ ਤੇ ਜੋ ਕੁਝ ਕੀਤਾ ਉਹਦਾ ਬਿਆਨ ਹੀ ਨਹੀਂ ਹੋ ਸਕਦਾ। ਜਿੱਥੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮਾਤਮਾ ਦੇ ਉਪਾਸ਼ਕ ਨੇ, ਆਸ਼ਕ ਨੇ, ਔਰ ਪ੍ਰੇਮਾ ਭਗਤੀ ਨੂੰ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਾ ਕਰਕੇ ਇਹ ਪ੍ਰੇਮ ਭਗਤੀ ਦੀ ਗੱਲ ਕੀਤੀ, ਉਸ ਭਗਤੀ ਨੂੰ ਸਤਿਗੁਰਾਂ ਨੇ ਅੱਗੇ ਤੋਰਿਆ ਔਰ ਆਖ ਵੀ ਦਿੱਤਾ ਡੰਕੇ ਦੀ ਚੋੜ ਤੇ। ਕਹਿੰਦੇ ਮੈਂ ਕਹਿਣਾ ਆ ਬਈ ਇੱਕੋ ਇੱਕ ਮਾਰਗ ਹੈ ਪਰਮਾਤਮਾ ਤੱਕ ਪਹੁੰਚਣ ਦਾ, ਉਹ ਕੀ ਹੈ ਕਿ ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕੇਵਲ ਇੰਨਾ ਹੀ ਨਹੀਂ, ਆਪ ਵੀ ਅਨੰਨ ਸੇਵਕ ਤੇ ਅਨੰਨ ਪ੍ਰੇਮੀ ਸਨ ਪਰਮਾਤਮਾ ਦੇ। ਔਰ ਇਸੇ ਪ੍ਰੇਮ ਦੀ ਨਿਸ਼ਾਨੀ ਸੀ ਕਿ ਜਿਸ ਵੇਲੇ ਸੰਗਤ ਦੇ ਵਿੱਚ ਸਤਿਗੁਰੂ ਜੀ ਕੀਰਤਨ ਕਰਦੇ ਸਨ ਤੇ ਸੰਗਤਾਂ ਨਿਹਾਲ ਹੋ ਜਾਂਦੀਆਂ ਸਨ। ਐਸਾ ਕੀਰਤਨ ਨਹੀਂ, ਇਤਨੀ ਮਧੁਰ ਆਵਾਜ਼ ਦੇ ਵਿੱਚ ਇਤਨਾ ਮਧੁਰ ਕੀਰਤਨ ਸਤਿਗੁਰੂ ਕਰਦੇ ਸਨ ਕਿ ਸੰਗਤਾਂ ਵਾਹ ਵਾਹ ਕਰ ਉੱਠਦੀਆਂ ਸਨ, ਅੱਛ ਅੱਛ ਕਰ ਉੱਠਦੀਆਂ ਸਨ। ਬੜੇ ਸੋਹਣਾ ਕੀਰਤਨ ਕਰਦੇ ਸਨ ਸਤਿਗੁਰੂ। ਔਰ ਜਦੋਂ ਜਿਸ ਹੱਥ ਨਾਲ ਸਤਿਗੁਰੂ ਜੀ ਸਾਜ਼ ਵਜਾ ਕੇ ਕੀਰਤਨ ਕਰਦੇ ਨੇ ਨਾ, ਉਸੇ ਹੱਥ ਵਿੱਚ ਇੱਕ ਦਿਨ ਕਲਮ ਪਕੜਦੇ ਨੇ ਤੇ ਇਤਨਾ ਮਹਾਨ ਸਾਹਿਤ ਰਚਦੇ ਨੇ। ਕਿਤਨੀਆਂ ਰਚਨਾਵਾਂ ਨੇ, ਕਿੰਨਾ ਵੱਡੇ ਗ੍ਰੰਥ ਰਚੇ ਸਤਿਗੁਰੂ ਜੀ। ਅਕਾਲ ਉਸਤਤੀ ਰਚਨਾ ਤੁਸੀਂ ਪੜੋ, ਹੋਰ ਕਿਤਨੀਆਂ ਬਾਣੀਆਂ ਸਤਿਗੁਰੂ ਜੀ ਨੇ ਰਚੀਆਂ, ਕਿੰਨਾ ਸਾਹਿਤ ਰਚਿਆ, ਜਿਹਦੇ ਵਿੱਚੋਂ ਕੁਝ ਤੇ ਸਾਨੂੰ ਲੱਭ ਨਹੀਂ ਰਿਹਾ, ਸਰਸਾ ਦੀ ਭੇਟ ਹੋ ਗਿਆ। ਫਿਰ 52 ਕਵੀ ਵੀ ਰੱਖੇ ਨੇ ਸਤਿਗੁਰਾਂ ਨੇ ਆਪਣੇ ਨਾਲ, ਉਹਨਾਂ ਕਵੀਆਂ ਨੂੰ ਵੀ ਸੰਭਾਲਦੇ ਨੇ। ਕਵਿਤਾ ਵੀ ਬੜੀ ਸਤਿਗੁਰੂ ਜਾਂਦੇ ਨੇ, ਵੱਡੇ ਕਵੀ ਵੀ ਨੇ ਸਤਿਗੁਰੂ ਜੀ। ਔਰ ਐਸੀ ਕਰਾਮਾਤ ਆ ਕਿ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਵੀ ਮਹਾਨ ਕਵੀ ਭਾਈ ਧੰਨਾ, ਉਹਦੀ ਵੀ ਕਵਿਤਾ ਦਾ ਕੋਈ ਜਵਾਬ ਨਹੀਂ ਦੇ ਸਕਦਾ। ਔਰ ਜਦੋਂ ਉਸ ਹੱਥ ਵਿੱਚ ਕਲਮ ਪਕੜਦੇ ਨੇ ਤੇ ਮਹਾਨ ਸਾਹਿਤਕਾਰ ਨੇ, ਸਾਹਿਤ ਰਚਦੇ ਨੇ। ਪਰ ਜਦੋਂ ਉਸੇ ਹੱਥ ਵਿੱਚ ਸ਼ਮਸ਼ੀਰ ਪਕੜਦੇ ਨੇ, ਐਸੇ ਯੋਧੇ, ਐਸੇ ਜਰਨੈਲ ਨੇ ਕਿ ਜਿਹੜੇ ਜ਼ਾਲਮ ਨੇ ਉਹਨਾਂ ਦੀਆਂ ਲਾਸ਼ਾਂ ਦੇ ਢੇਰ ਲਾ ਦਿੰਦੇ ਨੇ। ਕੋਈ ਅੱਗੇ ਅੜ ਨਹੀਂ ਸਕਦਾ ਗੁਰੂ ਦੇ, ਇਤਨੀ ਵੱਡੀ ਉਹਨਾਂ ਦੀ ਦੇਣ ਆ, ਇਤਨੀਆਂ ਬਖਸ਼ਿਸ਼ਾਂ ਨੇ ਉਹਨਾਂ ਦੀਆਂ। ਹੁਣ ਉਸ ਸਤਿਗੁਰੂ ਜੀ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਵੇਲੇ ਅਨੰਦਪੁਰ ਵਿੱਚ ਬਹੁਤ ਰੌਣਕਾਂ ਹੋ ਗਈਆਂ, ਸਤਿਗੁਰੂ ਜੀ ਦੀ ਚੜ੍ਹਦੀ ਕਲਾ ਹੋਈ ਹੈ, ਸਿੱਖ ਸੰਗਤਾਂ ਇਕੱਠੀਆਂ ਹੋ ਰਹੀਆਂ ਨੇ ਤੇ ਪਹਾੜੀ ਰਾਜਿਆਂ ਨੂੰ ਈਰਖਾ ਹੋ ਗਈ। ਉਹ ਗੁਰੂ ਸਾਹਿਬ ਨਾਲ ਲੜਨਾ ਸ਼ੁਰੂ ਕਰਤਾ ਉਹਨਾਂ ਨੇ, ਉਹਨਾਂ ਨਾਲ ਛੋਟੀਆਂ ਛੋਟੀਆਂ ਝੜਪਾਂ ਜੰਗਾਂ ਹੋਣੀਆਂ ਸ਼ੁਰੂ ਹੋ ਗਈਆਂ। ਔਰ ਫਿਰ ਇਹਨਾਂ ਹੀ ਪਹਾੜੀ ਰਾਜਿਆਂ ਨੇ, ਜਿਹੜੇ ਹਿੰਦੂ ਪਹਾੜੀ ਰਾਜੇ ਨੇ, ਜਿਨ੍ਹਾਂ ਦੇ ਪਰਉਪਕਾਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਥੋੜਾ ਸਮਾਂ ਪਹਿਲਾਂ ਹੀ ਕੀਤਾ ਹੈ, ਆਪਣਾ ਬਲਿਦਾਨ ਦਿੱਤਾ ਹੈ ਜਿਨ੍ਹਾਂ ਦੇ ਧਰਮ ਦੀ ਖਾਤਰ, ਜਿਨ੍ਹਾਂ ਹਿੰਦੂ ਪਹਾੜੀ ਰਾਜਿਆਂ ਦੇ ਵੱਡੇ ਵਡੇਰਿਆਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਛੁਡਾਇਆ ਸੀ। ਉਹਨਾਂ ਦੀ ਸੰਤਾਨ ਹੀ ਅੱਗੇ ਇਹ ਰਾਜੇ ਨੇ, ਪਰ ਸਤਿਗੁਰੂ ਨਾਲ ਈਰਖਾ ਕਰਨ ਲੱਗ ਪਏ ਨੇ, ਵੈਰੀ ਬਣ ਨਿਬੜੇ ਨੇ। ਔਰ ਇਹਨਾਂ ਨਹੀਂ, ਆਪ ਜਦੋਂ ਸਤਿਗੁਰੂ ਜੀ ਦੇ ਨਾਲ ਯੁੱਧ ਕਰਨ ਦੇ ਲਾਇਕ ਨਾ ਸਮਝਿਆ ਆਪਣੇ ਆਪ ਨੂੰ, ਹਾਰ ਗਏ ਨਾ, ਤੇ ਫਿਰ ਇਹਨਾਂ ਨੇ ਮੁਗਲ ਫੌਜ ਦਾ ਸਹਾਰਾ ਲਿਆ। ਉਸ ਫੌਜ ਦਾ ਖਰਚਾ ਝੱਲ ਕੇ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਾਈ ਰੱਖਿਆ, ਸ਼ਾਹੀ ਫੌਜ ਬੁਲਾਈ, ਮੁਗਲਾਂ ਨਾਲ ਸੰਧੀਆਂ ਕੀਤੀਆਂ। ਔਰ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਕੱਢਣ ਦੇ ਹਰ ਉਪਰਾਲੇ ਤੇ ਹਰ ਯਤਨ ਕੀਤੇ, ਝੂਠੀਆਂ ਕਸਮਾਂ ਖਾਧੀਆਂ। ਆਪ ਜਾਣਦੇ ਹੋ ਕਿ ਸਤਿਗੁਰੂ ਜੀ ਧਰਮ ਦੇ ਵਾਸਤੇ ਆਪਣੇ ਪਿਤਾ ਨੂੰ ਕੁਰਬਾਨ ਕਰਨ ਵਾਸਤੇ ਭੇਜਦੇ ਨੇ, ਧਰਮ ਦਾ ਵਾਸਤਾ ਪਾਇਆ ਸੀ, ਤੇ ਇੱਥੇ ਹੁਣ ਧਰਮ ਦੀਆਂ ਕਸਮਾਂ ਖਾ ਕੇ ਧਰਮ ਦਾ ਵਾਸਤਾ ਪਾ ਕੇ ਕਹਿੰਦੇ ਤੁਸੀਂ ਕਿਲਾ ਖਾਲੀ ਕਰ ਦਿਓ, ਅਸੀਂ ਕੁਝ ਨਹੀਂ ਕਵਾਂਗੇ। ਸਤਿਗੁਰੂ ਕਹਿੰਦੇ ਜਾਣਦਾ ਹੈ ਤੇ ਤੁਸੀਂ ਦਗਾਬਾਜ਼, ਪਰ ਤੁਸੀਂ ਵਾਸਤਾ ਧਰਮ ਦਾ ਪਾਇਆ ਆ, ਆਉਣ ਵਾਲੇ ਸਮੇਂ ਵਿੱਚ ਕੁਝ ਐਸਾ ਨਾ ਕਹਿ ਦੇਵੇ ਕਿ ਧਰਮ ਦਾ ਵਾਸਤਾ ਪਾਇਆ ਸੀ, ਗੁਰੂ ਨੇ ਮੰਨੀ ਨਹੀਂ ਗੱਲ। ਧਰਮ ਦੇ ਵਾਸਤੇ ਤੇ ਸਤਿਗੁਰਾਂ ਨੇ ਉਸ ਵੇਲੇ ਆਨੰਦਪੁਰ ਸਾਹਿਬ ਦਾ ਕਿਲਾ ਵੀ ਖਾਲੀ ਕਰ ਦਿੱਤਾ, ਪਰ ਜ਼ਾਲਮ ਫੌਜ ਟੁੱਟ ਪਈ ਸਤਿਗੁਰਾਂ ਤੇ। ਉੱਥੇ ਜੰਗ ਹੋਇਆ, ਸਰਸਾ ਨਦੀ ਦੇ ਕੰਢੇ ਜੰਗ ਹੋਇਆ, ਪਰਿਵਾਰ ਵਿਛੋੜਾ ਪੈ ਗਿਆ, ਮਾਤਾ ਗੁਜਰ ਕੌਰ ਅਲੱਗ ਹੋ ਗਏ, ਛੋਟੇ ਸਾਹਿਬਜ਼ਾਦੇ ਉਹਦੇ ਨਾਲ, ਮਾਤਾ ਸੁੰਦਰੀ ਜੀ ਅਲੱਗ ਹੋ ਗਏ, ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਲੱਗ ਹੋ ਗਏ ਤੇ ਚਮਕੌਰ ਦੀ ਗੜੀ ਵਿੱਚ ਜਾ ਪਹੁੰਚੇ। ਉੱਥੇ ਫਿਰ ਆਪ ਜਾਣਦੇ ਹੋ ਕਿ ਚਮਕੌਰ ਦੀ ਗੜੀ ਵਿੱਚ ਵੀ ਜੰਗ ਹੋਇਆ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ। ਇਧਰੋਂ ਮਾਤਾ ਗੁਜਰ ਕੌਰ ਜੀ ਦੇ ਨਾਲ ਜਦੋਂ ਛੋਟੇ ਸਾਹਿਬਜ਼ਾਦੇ ਨੇ, ਗੰਗੂ ਨੇ ਉਹਨਾਂ ਨੂੰ ਵੀ ਫੁੜਵਾ ਦਿੱਤਾ, ਵਜ਼ੀਰ ਖਾਨ ਨੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ, ਦੋਨੋਂ ਚਾਰੋਂ ਪੁੱਤਰ ਸ਼ਹੀਦ ਹੋ ਗਏ। ਇਥੋਂ ਫਿਰ ਹੁਣ ਖਾਲਸੇ ਦੇ ਹੁਕਮ ਦੇ ਨਾਲ, ਕਹਿੰਦੇ ਨਾ ਜਿਹੜਾ ਖਾਲਸਾ ਸਾਜਿਆ ਸੀ ਸਤਿਗੁਰੂ ਜੀ ਨੇ, ਉਸ ਖਾਲਸੇ ਦੇ ਹੁਕਮ ਨੂੰ ਵੀ ਮੰਨਦੇ ਨੇ ਸਤਿਗੁਰੂ। ਇੱਕ ਹੋਰ ਮੈਂ ਬੇਨਤੀ ਕਰਾਂ, 1699 ਈਸਵੀ ਨੂੰ ਵਿਸਾਖੀ ਤੇ ਸਤਿਗੁਰਾਂ ਨੇ ਖਾਲਸਾ ਸਾਜਿਆ, ਖਾਲਸਾ ਪੰਥ ਪ੍ਰਗਟ ਕੀਤਾ। ਸਾਜ ਤੇ ਵੈਸੇ ਖਾਲਸੇ ਦੀ ਸਾਜਨਾ ਤੇ ਸਹਿਜੇ ਸਹਿਜੇ ਹੋਏ, ਅਸੀਂ ਇਹ ਕਹਿ ਸਕਦੇ ਪ੍ਰਗਟ ਕੀਤਾ ਉਹਨਾਂ ਨੇ, ਪ੍ਰਗਟ ਰੂਪ ਦੇ ਵਿੱਚ, ਕਿਉਂਕਿ ਇਹ ਮਤ ਤੇ ਗੁਰੂ ਨਾਨਕ ਨੇ ਚਲਾ ਦਿੱਤਾ ਸੀ, ਸਿਧਾਂਤ ਤੇ ਉਹੀ ਸਨ, ਪਰ ਅੰਮ੍ਰਿਤ ਦੀ ਦਾਤ ਦੇ ਕੇ, ਨਿਤਨੇਮ ਦੀਆਂ ਬਾਣੀਆਂ ਦੇ ਕੇ ਪ੍ਰਗਟ ਰੂਪ ਵਿੱਚ ਪ੍ਰਗਟ ਕਰ ਦਿੱਤਾ ਖਾਲਸਾ। ਤਾਂ ਪ੍ਰਗਟਿਓ ਮਰਦਾ ਗੰਬੜਾ ਜਿੱਥੇ ਹੈ ਉੱਥੇ ਖਾਲਸਾ ਵੀ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਪ੍ਰਗਟ ਹੋਇਆ। ਖੈਰ ਖਾਲਸੇ ਦਾ ਜਦੋਂ ਉਹਨੂੰ ਬਖਸ਼ਾਂ ਕੀਤੀਆਂ ਤੇ ਫਿਰ ਉਸ ਤੋਂ ਬਾਅਦ ਖਾਲਸੇ ਤੋਂ ਅੰਮ੍ਰਿਤ ਦੀ ਦਾਤ ਵੀ ਮੰਗੀ। ਆਪੇ ਗੁਰਚੇਲੇ ਵਾਲੀ ਗੱਲ ਵੀ ਹੈ, ਅੱਜ ਤੱਕ ਕਿਸੇ ਵਿੱਚ ਨਹੀਂ ਹੋਈ, ਇਸੇ ਲਈ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਔਰ ਜਦੋਂ ਦਾਦੂ ਦੀ ਕਬਰ ਦੇ ਉੱਤੇ ਖਾਲਸੇ ਨੂੰ ਸਿਧਾਂਤ ਦਿੱਤਾ ਸੀਗਾ ਕਿ ਕਿਸੇ ਅੱਗੇ ਝੁਕਣਾ ਨਹੀਂ, ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ, ਗੁਰੂ ਤੋਂ ਬਿਨਾਂ ਕਿਸੇ ਅੱਗੇ ਝੁਕਣਾ ਨਹੀਂ। ਹਾਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਮਿਲੀ, ਪਰ ਬਾਣੀ ਦਾ ਸਤਿਕਾਰ ਬਹੁਤ ਸੀ, ਬਾਣੀ ਨੂੰ ਨਮਸਕਾਰ ਕੀਤੀ ਜਾਂਦੀ ਸੀ, ਗੁਰੂ ਅੱਗੇ ਝੁਕਿਆ ਜਾਂਦਾ ਸੀ, ਪਰ ਹੋਰ ਅੱਗੇ ਖਾਲਸਾ ਕਦੇ ਨਹੀਂ ਝੁਕੇਗਾ। ਔਰ ਦਾਦੂ ਦੀ ਕਬਰ ਤੇ ਤੀਰ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਲਾਮ ਕਰ ਦਿੱਤੇ। ਉਸ ਵੇਲੇ ਉਹੀ ਖਾਲਸਾ ਅੱਗੇ ਹੋ ਕੇ ਸਤਿਗੁਰੂ ਨੂੰ ਘੇਰਦਾ ਆ, ਕਹਿਣ ਲੱਗੇ ਸਤਿਗੁਰੂ ਸਾਨੂੰ ਤੇ ਉਪਦੇਸ਼ ਦਿੰਦੇ ਆ ਵੀ ਖਾਲਸਾ ਨਿਰਾਲਾ ਆ, ਮੱਟ ਗੋੜ ਮੜੀ ਮੱਟ ਭੂਲ ਨਾ ਮੰਨੈ, ਜਾਗਤ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨੈਕ ਨਾਨੇ, ਪੂਰਨ ਪ੍ਰੇਮ ਪ੍ਰਤੀ ਸਜੇ ਪ੍ਰਤ ਗੌਰ ਬੜੀ ਪੱਟ ਭੂਲ ਨਾ ਮੰਨੇ। ਸਾਨੂੰ ਤੇ ਉਪਦੇਸ਼ ਦਿੰਦੇ ਹੋ ਤੇ ਮਹਾਰਾਜ ਤੁਸੀਂ ਆ ਕੀ ਕੀਤਾ ਹੈ? ਦਾਦੂ ਦੀ ਕਬਰ ਦੇ ਉੱਤੇ ਤੁਸੀਂ ਸਲਾਮ ਕਿਉਂ ਕਰ ਦਿੱਤੇ? ਤੀਰ ਦੇ ਨਾਲ ਸਿਜਦਾ ਕਿਉਂ ਕੀਤਾ? ਸਤਿਗੁਰੂ ਕਹਿੰਦੇ ਬਸ ਤੁਹਾਨੂੰ ਮੈਂ ਪਰਖਣਾ ਹੀ ਚਾਹੁੰਦਾ ਸੀ ਖਾਲਸਾ ਜੀ ਵੀ ਤੁਸੀਂ ਆਪਣੇ ਅਸੂਲਾਂ ਤੇ ਕਾਇਮ ਹੋ। ਸਤਿਗੁਰੂ ਪਰਖਦੇ ਵੀ ਨੇ, ਕਹਿਣ ਲੱਗੇ ਠੀਕ ਹੈ ਹੁਣ ਪਰਖ ਤੇ ਲਿਆ, ਪਰ ਤੁਸੀਂ ਗਲਤੀ ਤੇ ਕੀਤੀ ਹੈ ਨਾ। ਕਹਿਣ ਲੱਗੇ ਫਿਰ ਠੀਕ ਹੈ ਖਾਲਸਾ ਜੀ, ਜੋ ਤੁਸੀਂ ਹੁਕਮ ਲਾਓਗੇ ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ। ਫਿਰ ਉਸ ਵੇਲੇ ਖਾਲਸਾ ਜੀ ਨੇ ਤਨਖਾਹ ਵੀ ਲਾਈ। ਇਹ ਗੁਰੂ ਸਾਹਿਬ ਨੇ ਅਸੂਲ ਦੱਸੇ ਸਨ, ਸਿਧਾਂਤਾਂ ਦੀ ਸਿੱਖੀ ਹੈ। ਜੋ ਸਿਧਾਂਤ ਨਹੀਂ ਮੰਨਦਾ ਉਹ ਸਿੱਖ ਨਹੀਂ। ਸਿਧਾਂਤ ਹੀ ਨੇ ਸਿੱਖੀ ਦਾ ਮੂਲ। ਇਸ ਤੋਂ ਬਾਅਦ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੰਜਾਂ ਨੇ ਹੁਕਮ ਦਿੱਤਾ ਵੀ ਹੁਣ ਇੱਥੋਂ ਚਲੇ ਜਾਓ, ਕਿਉਂਕਿ ਬਾਗ ਦਾ ਮਾਲੀ ਉਜੜ ਜਾਵੇ ਨਾ ਤੇ ਬਾਗ ਦਾ ਕੁਝ ਨਹੀਂ ਬਚਦਾ, ਪਰ ਬਾਗ ਉਜੜ ਜਾਵੇ ਮਾਲੀ ਬਚ ਜਾਏ ਤੇ ਬਥੇਰੇ ਬਾਗ ਲਾ ਸਕਦਾ। ਇਸ ਕਰਕੇ ਇਸ ਸਿੱਖੀ ਦੇ ਬਾਗ ਦੇ ਮਾਲੀ ਤੁਸੀਂ ਹੋ, ਖਾਲਸੇ ਦੇ ਬਾਗ ਦੇ ਮਾਲੀ ਤੁਸੀਂ ਹੋ, ਤੁਸੀਂ ਨਹੀਂ ਉਜੜਨੇ ਚਾਹੀਦੇ ਹਲੇ। ਉਸ ਵੇਲੇ ਸਤਿਗੁਰੂ ਜੀ ਉਹਨਾਂ ਦਾ ਹੁਕਮ ਮੰਨ ਕੇ ਚੱਲੇ ਨੇ, ਮਾਨ ਸਿੰਘ ਨੂੰ ਦਇਆ ਸਿੰਘ ਨੂੰ ਲੈ ਕੇ। ਔਰ ਉਸ ਵੇਲੇ ਜਦੋਂ ਤਿੰਨ ਸਿੱਖ ਸਤਿਗੁਰੂ ਜੀ ਦੇ ਨਾਲ ਗਏ ਨੇ
ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚੇ। ਉਸ ਤੋਂ ਬਾਅਦ ਸਤਿਗੁਰੂ ਜੀ ਗਨੀ ਖਾਂ ਤੇ ਨਬੀ ਖਾਂ ਦੇ ਸਹਾਰੇ ਦੇ ਨਾਲ ਉੱਥੋਂ ਵਾਪਸ ਆਏ ਨੇ। ਲੰਮਾ ਜੱਟਪੁਰਾ ਗਏ, ਦੀਨਾ ਕਾਂਗੜਾ ਗਏ, ਉੱਥੋਂ ਔਰੰਗਜ਼ੇਬ ਨੂੰ ਪੱਤਰ ਲਿਖਿਆ ਸਤਿਗੁਰੂ ਜੀ ਨੇ। ਔਰ ਉਸ ਵੇਲੇ ਔਰੰਗਜ਼ੇਬ ਸਤਿਗੁਰੂ ਜੀ ਦਾ ਪੱਤਰ ਜਿਹੜਾ ਸੀ, ਜਿਹਨੂੰ ਜਫਰਨਾਮਾ ਕਹਿੰਦੇ, ਉਹ ਪੜ੍ਹ ਕੇ ਉਸ ਤੋਂ ਬਾਅਦ ਔਰੰਗਜ਼ੇਬ ਖਤਮ ਹੋ ਗਿਆ ਸੀ, ਮਰ ਗਿਆ ਸੀ। ਤਾਂ ਉਹਦੀ ਆਤਮਾ ਹਿੱਲ ਗਈ ਸੀ, ਝੰਜੋੜ ਦਿੱਤਾ ਸੀ ਉਹਦੀ ਆਤਮਾ ਨੂੰ। ਔਰੰਗਜ਼ੇਬ ਨੂੰ ਜਦੋਂ ਸਤਿਗੁਰਾਂ ਨੇ ਜਫਰਨਾਮਾ ਲਿਖਿਆ, ਉਹਦੀ ਸੱਚਾਈ ਦੱਸ ਦਿੱਤੀ ਸੀ। ਔਰ ਜਦੋਂ ਔਰੰਗਜ਼ੇਬ ਮਰ ਗਿਆ ਤੇ ਉਹਦਾ ਪੁੱਤਰ ਬਹਾਦਰ ਸ਼ਾਹ ਜਿਹੜਾ ਗੱਦੀ ਤੇ ਬੈਠਾ, ਤੇ ਬਹਾਦਰ ਸ਼ਾਹ ਨੇ ਗੁਰੂ ਨੂੰ ਇੱਕ ਸੱਚਾ ਤੇ ਨੇਕ ਬੰਦਾ ਸਮਝਿਆ ਤੇ ਸਤਿਗੁਰਾਂ ਨਾਲ ਸੰਧੀਆਂ ਕੀਤੀਆਂ ਕੁਝ। ਔਰ ਬਹਾਦਰ ਸ਼ਾਹ ਦੇ ਨਾਲ ਸਤਿਗੁਰੂ ਕੁਝ ਸਮਾਂ ਰਹੇ ਵੀ, ਔਰ ਸਤਿਗੁਰੂ ਜੀ ਉਹਦੀ ਇੱਕ ਮੁਹਿੰਮ ਵਿੱਚ ਵੀ ਉਹਦੇ ਨਾਲ ਮਦਦ ਕੀਤੀ। ਜੱਜੋ ਦੇ ਜੰਗਲਾਂ ਵਿੱਚ ਉਹਦੇ ਕਹਿਣ ਤੇ ਸਤਿਗੁਰੂ ਜੀ ਦੇ ਇੱਕ ਸਿੱਖ ਰੋਸ਼ਨ ਸਿੰਘ ਨੇ ਉਸ ਵੇਲੇ ਸ਼ੇਰ ਦਾ ਸ਼ਿਕਾਰ ਵੀ ਕੀਤਾ, ਔਰ ਸਤਿਗੁਰੂ ਜੀ ਨੇ ਵੀ ਸ਼ੇਰ ਦਾ ਸ਼ਿਕਾਰ ਕੀਤਾ ਸੀ, ਇਹ ਗੱਲ ਉਹ ਜਾਣਦਾ ਸੀ। ਔਰ ਸਤਿਗੁਰੂ ਜੀ ਦਾ ਸਤਿਕਾਰ ਕਰਨ ਲੱਗਾ ਸੀ ਉਹ। ਭਾਵੇਂ ਰਾਜਨੀਤਿਕ ਪੱਖ ਤੋਂ ਹੋਰ ਵੀ ਕਈ ਗੱਲਾਂ ਸਨ, ਪਰ ਫਿਰ ਵੀ ਉਹ ਸਤਿਗੁਰੂ ਜੀ ਦਾ ਸਤਿਕਾਰ ਕਰਦਾ ਸੀ। ਔਰ ਉਹ ਸਤਿਕਾਰ ਕਰਦਾ ਸੀ ਤੇ ਜਿਹੜੇ ਬੁਲਾਣੇ ਸਨ, ਉਹ ਕੱਟੜ ਮੁਸਲਮਾਨ ਸਨ, ਉਹ ਸੜਦੇ ਸਨ ਇਸ ਗੱਲ ਤੋਂ ਵੀ ਗੁਰੂ ਸਾਹਿਬ ਨੂੰ ਇੰਨਾ ਸਤਿਕਾਰ ਬਹਾਦਰ ਸ਼ਾਹ ਕਿਉਂ ਦਿੰਦਾ ਹੈ। ਪਰ ਜਦੋਂ ਗੁਰੂ ਸਾਹਿਬ ਦੇ ਹੁਣ ਇਹਦੇ ਨਾਲ ਸੰਬੰਧ ਚੰਗੇ ਬਣ ਗਏ ਤੇ ਗੁਰੂ ਸਾਹਿਬ ਪੰਜਾਬ ਜਾਣ ਦੀ ਗੱਲ ਕਰ ਰਹੇ ਸਨ। ਪਰ ਹੁਣ ਪੰਜਾਬ ਜੇ ਸਤਿਗੁਰੂ ਵਾਪਸ ਪਰਤੇ ਆਉਂਦੇ ਤੇ ਸਭ ਤੋਂ ਵੱਡਾ ਖਤਰਾ ਵਜ਼ੀਰ ਖਾਨ ਨੂੰ ਸੀ, ਕਿਉਂਕਿ ਵਜ਼ੀਰ ਖਾਨ ਨੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਤੇ 2 ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਬੜੇ ਜ਼ੁਲਮ ਕੀਤੇ ਸਨ, ਬੜਾ ਜ਼ਾਲਮ ਸੀ। ਇਹਨੂੰ ਪਤਾ ਸੀ ਵੀ ਮੇਰੀ ਮੌਤ ਆ ਜਾਏਗੀ, ਇਹ ਗੁਰੂ ਸਾਹਿਬ ਆ ਗਏ, ਮੈਂ ਨਹੀਂ ਬਚਾਂਗਾ। ਔਰ ਇਹਨੇ ਉਸ ਵੇਲੇ ਪਲੈਨਿੰਗ ਕੀਤੀ ਵੀ ਪੰਜਾਬ ਆਉਣ ਤੋਂ ਪਹਿਲਾਂ ਨੰਦੇੜ ਦੀ ਧਰਤੀ ਤੇ, ਜਿੱਥੇ ਵੀ ਗੁਰੂ ਸਾਹਿਬ ਨੇ, ਕਿਉਂਕਿ ਇਹਨੂੰ ਹਲੇ ਪਤਾ ਨਹੀਂ ਸੀ, ਨੰਦੇੜ ਦੀ ਧਰਤੀ ਤੇ ਹੀ ਗੁਰੂ ਸਾਹਿਬ ਨੂੰ ਮਾਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ। ਇਹਨੇ ਫਿਰ 2 ਜਿਹੜੇ ਪਠਾਨ ਭੇਜੇ ਸਨ, ਜਮਸ਼ੈਦ ਖਾਂ, ਗੁਲ ਖਾਂ। ਔਰ ਉਹ ਜਿਹੜੇ 2 ਪਠਾਨ ਨੇ, ਉਹਨਾਂ ਬਾਰੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਆ ਵੀ ਪਹਿਲਾਂ ਦਿੱਲੀ ਗਏ ਮਾਤਾ ਸੁੰਦਰੀ ਜੀ ਦੇ ਕੋਲ, ਉੱਥੋਂ ਸਤਿਗੁਰੂ ਜੀ ਦਾ ਥਹੁ ਪਤਾ ਲਿਆ ਵੀ ਉਹ ਨੰਦੇੜ ਨੇ। ਉੱਥੋਂ ਫਿਰ ਨੰਦੇੜ ਪਹੁੰਚੇ ਤੇ ਨੰਦੇੜ ਜਾ ਕੇ ਫਿਰ ਉਹਨਾਂ ਨੇ ਸਤਿਗੁਰੂ ਜੀ ਤੇ ਧੋਖੇ ਨਾਲ ਵਾਰ ਕੀਤਾ। ਜਮਸ਼ੈਦ ਖਾਂ ਨੇ ਉਸ ਵੇਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਖੀ ਵਿੱਚ ਛੁਰਾ ਮਾਰਿਆ। ਬੜਾ ਜਿਹੜਾ ਜਦੋਂ ਛੁਰਾ ਮਾਰਿਆ ਤੇ ਸਤਿਗੁਰੂ ਲਹੂ ਲੁਹਾਨ ਹੋ ਗਏ, ਜ਼ਖਮ ਬੜਾ ਗਹਿਰਾ ਹੋ ਗਿਆ। ਸਤਿਗੁਰਾਂ ਨੇ ਉਸੇ ਵੇਲੇ ਜਮਸ਼ੈਦ ਖਾਂ ਨੂੰ ਆਪਣੀ ਸ਼ਮਸ਼ੀਰ ਦੀ ਬਲੀ ਚੜਾ ਦਿੱਤਾ, ਔਰ ਦੂਸਰੇ ਨੂੰ ਭਜਦੇ ਨੂੰ ਸਿੰਘਾਂ ਨੇ ਮਾਰ ਦਿੱਤਾ। ਔਰ ਉਸ ਵੇਲੇ ਸਤਿਗੁਰੂ ਜੀ ਦੇ ਟੰਕੇ ਲਾਏ ਗਏ ਤੇ ਬਹਾਦਰ ਸ਼ਾਹ ਨੇ ਹੀ ਉਸ ਵੇਲੇ ਉਹ ਜਿਹੜਾ ਵੈਦ ਭੇਜਿਆ ਸੀ ਟੰਕੇ ਲਾਉਣ ਵਾਸਤੇ, ਔਰ ਸਤਿਗੁਰੂ ਠੀਕ ਹੋ ਗਏ। ਫਿਰ ਇੱਕ ਦਿਨ ਅਚਾਨਕ ਸਤਿਗੁਰੂ ਜੀ ਥੋੜੇ ਦਿਨਾਂ ਬਾਅਦ ਜਦੋਂ ਠੀਕ ਹੋ ਗਏ ਸਨ, ਕਮਾਨ ਦੇ ਉੱਤੇ ਕਿਲਾ ਚੜਾਉਣ ਲੱਗੇ। ਉਹ ਕਮਾਨ ਤੇ ਕਿਲਾ ਜਿਹੜਾ ਜ਼ੋਰ ਨਾਲ ਚੜਾਉਣਾ ਪੈਂਦਾ, ਖਿੱਚ ਕੇ ਜਿਹੜਾ ਧਾਗਾ ਬੰਨਣਾ ਪੈਂਦਾ ਹੈ। ਔਰ ਉਹ ਜਦੋਂ ਬੰਨਣ ਲੱਗੇ ਤੇ ਸਤਿਗੁਰਾਂ ਦਾ ਕੁਝ ਜ਼ੋਰ ਲੱਗਿਆ ਤੇ ਜਿਹੜੇ ਟਾਂਕੇ ਲੱਗੇ ਸਨ ਉਹ ਫਟ ਗਏ, ਖੂਨ ਵਹਿਣ ਲੱਗਾ। ਸਿੱਖ ਭੱਜ ਕੇ ਆਏ, ਸਤਿਗੁਰਾਂ ਨੂੰ ਪਕੜਿਆ, ਗੁਲਵਕੜੀ ਵਿੱਚ ਲਿਆ। ਕੁਝ ਸਿੱਖ ਰੋਣ ਲੱਗੇ, ਮਹਾਰਾਜ ਕੀ ਹੋਇਆ? ਸਤਿਗੁਰੂ ਕਹਿੰਦੇ ਹੁਣ ਸਾਡਾ ਸਮਾਂ ਆ ਗਿਆ, ਸਰੀਰਕ ਤੌਰ ਤੇ ਜਾਣ ਦਾ ਸਾਡਾ ਸਮਾਂ ਆ ਗਿਆ, ਹੁਣ ਅਸੀਂ ਚੱਲੇ ਆ ਇੱਥੋਂ, ਮੈਨੂੰ ਛੇਤੀ ਨਾਲ ਗੁਰੂ ਗ੍ਰੰਥ ਸਾਹਿਬ ਕੋਲ ਲੈ ਚੱਲੋ। ਅਜੇ ਗੁਰਿਆਈ ਉਹਨਾਂ ਨੂੰ ਦੇਣੀ ਆ, ਉਹ ਇੱਥੇ ਗੁਰਿਆਈ ਦਿੰਦੇ ਨੇ ਸਤਿਗੁਰੂ। ਫਿਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਅਰਦਾਸ ਕਰਦੇ ਨੇ, ਹੁਕਮਨਾਮਾ ਲੈਂਦੇ ਨੇ, ਔਰ ਸਿੱਖਾਂ ਨੂੰ ਹੁਕਮ ਕਰਦੇ ਨੇ ਵੀ ਅੱਜ ਤੋਂ ਬਾਅਦ ਜੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਨੇ ਤੇ ਇਸ ਪੰਥ ਵਿੱਚੋਂ ਕਰੋ, ਖਾਲਸੇ ਵਿੱਚੋਂ ਕਰੋ, ਤੇ ਜੇ ਆਤਮਾ ਦੇ ਦਰਸ਼ਨ ਕਰਨੇ ਨੇ ਤੇ ਫਿਰ ਗ੍ਰੰਥ ਵਿੱਚੋਂ ਕਰੋ। ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ ਉਪਦੇਸ਼ ਦੇ ਕੇ, ਔਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦਾ ਉਪਦੇਸ਼ ਦੇ ਕੇ ਸਤਿਗੁਰੂ ਜੀ ਫਿਰ ਜੋਤੀ ਜੋਤ ਸਮਾ ਗਏ ਨੇ। ਗੁਰਿਆਈ ਜਿਹੜੀ ਆ ਉਹ ਸਖਸ਼ੀ ਨਹੀਂ ਰਹਿ ਗਈ, ਹੁਣ ਸਰੀਰ ਦੀ ਨਹੀਂ ਰਹਿ ਗਈ, ਸ਼ਬਦ ਨੂੰ ਗੁਰੂ ਥਾਪ ਕੇ ਚਲੇ ਗਏ, ਸ਼ਬਦ ਗੁਰੂ ਦੇ ਕੇ ਚਲੇ ਗਏ। ਵੈਸੇ ਸ਼ਬਦ ਗੁਰੂ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸੀ, ਪਰ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਸਤਿਗੁਰੂ ਜੀ ਫਿਰ ਸਰੀਰਕ ਤੌਰ ਤੇ सूरज किरण मिली, जल का जल हुआ राम, ज्योति जोत रली संपूर्ण थी वाक ते महाम अनुसार। ज्योति जोत ਸਮਾ ਗਏ। ਇਸ ਢੰਗ ਦੇ ਨਾਲ ਜਦੋਂ ज्योति जोत ਸਮੂਹਣ ਲੱਗੇ ਨੇ ਨਾ, ਤੇ ਇੱਕ ਬੜੀ ਸੋਹਣੀ ਘਟਨਾ ਮੈਂ ਕਹਿ ਦੇਵਾਂ, ਥੋੜਾ ਜਿਹਾ ਸਮਾਂ ਵੀ ਹੋ ਗਿਆ ਹੈ ਪਰ 2 ਮਿੰਟ ਲਈ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਕਹਿਣ ਲੱਗੇ, ਸਿੱਖ ਕਹਿਣ ਲੱਗੇ ਮਹਾਰਾਜ 42 ਸਾਲ ਦੀ ਉਮਰ ਹੈ, ਭਰ ਜਵਾਨੀ ਦੀ ਉਮਰ ਹੈ ਤੁਹਾਡੀ, ਤੁਸੀਂ ਹੁਣੇ ਤੁਰ ਚੱਲੇ ਹੋ,
ਔਰ ਸਾਰੀ ਉਮਰ ਤੁਹਾਡੀ ਬੜੀਆਂ ਮੁਸ਼ਕਲਾਂ ਵਿੱਚ ਗੁਜ਼ਰੀ, ਜੰਗਾਂ ਯੁੱਧਾਂ ਵਿੱਚ ਗੁਜ਼ਰੀ ਹੈ। ਕਦੇ ਪਿਤਾ ਸ਼ਹੀਦ ਹੁੰਦਾ, ਕਦੇ ਪੁੱਤਰ ਸ਼ਹੀਦ ਹੁੰਦੇ, ਕਦੇ ਮਾਤਾ ਸ਼ਹੀਦ ਹੁੰਦੀ ਹੈ। ਸਾਰੀ ਉਮਰ ਜੰਗਾਂ ਯੁੱਧਾਂ ਵਿੱਚ ਰਹੇ ਹੋ। ਹੁਣ ਥੋੜਾ ਜਿਹਾ ਸਮਾਂ ਚੰਗਾ ਆਇਆ ਸੀ, ਸਾਡਾ ਸੇਵਾ ਕਰਨ ਦਾ ਸਮਾਂ ਆਇਆ ਸੀ ਤੁਹਾਡੀ, ਤੇ ਹੁਣ ਮਹਾਰਾਜ ਭਰ ਜਵਾਨੀ ਵਿੱਚ ਹੀ ਤੁਰ ਚੱਲੇ ਹੋ। ਸਤਿਗੁਰੂ ਕਹਿਣ ਲੱਗੇ, ਹੱਸ ਕੇ ਕਹਿਣ ਲੱਗੇ, ਹਾਂ ਖਾਲਸਾ ਜੀ, ਇਹ ਵੀ ਮੈਂ ਤੁਹਾਡੇ ਲਈ ਕਰ ਰਿਹਾ। ਕਹਿਣ ਲੱਗੇ, ਉਹ ਮਹਾਰਾਜ ਕਿਸ ਤਰ੍ਹਾਂ ਜੀ? ਕਹਿਣ ਲੱਗੇ, ਇਹ ਖਾਲਸਾ ਜੀ, ਖਾਲਸਾ ਪੰਥ ਦੀ ਝੋਲੀ ਵਿੱਚ, ਇਹਨਾਂ ਪੰਜਾਂ ਦੀ ਝੋਲੀ ਵਿੱਚ ਮੈਂ ਅੰਮ੍ਰਿਤ ਦੀ ਦਾਤ ਪਾਈ, ਆਪਣੇ ਗੁਣ ਪਾਏ, ਆਪਣਾ ਸਰੂਪ ਇਹਨਾਂ ਦੀ ਝੋਲੀ ਪਾ ਦਿੱਤਾ, ਸਰੂਪ ਵੀ ਆਪਣਾ ਇਹਨਾਂ ਨੂੰ ਦੇ ਦਿੱਤਾ, ਆਪਣਾ ਮਾਤਾ ਆਪਣਾ ਪਿਤਾ ਇਸ ਧਰਮ ਦੀ ਖਾਤਰ ਵਾਰ ਦਿੱਤਾ, ਸਭ ਕੁਝ ਇਹਨਾਂ ਦੀ ਝੋਲੀ ਵਿੱਚ ਪਾ ਦਿੱਤਾ, ਸਰਬੰਸ ਇਹਨਾਂ ਦੀ ਝੋਲੀ ਵਿੱਚ ਪਾ ਦਿੱਤਾ। ਹੁਣ ਮੈਂ ਚਾਹੁੰਦਾ ਆ, ਮੈਂ ਜੇ ਸਭ ਕੁਝ ਖਾਲਸਾ ਦੀ ਝੋਲੀ ਪਾਇਆ ਨਾ, ਮੈਂ ਆਪਣੀ ਜਵਾਨੀ ਵੀ ਖਾਲਸੇ ਦੀ ਝੋਲੀ ਵਿੱਚ ਪਾ ਕੇ ਜਾਣਾ ਚਾਹੁੰਦਾ ਆ ਕਿ ਮੇਰਾ ਖਾਲਸਾ ਹਮੇਸ਼ਾ ਜਵਾਨ ਰਵੇ। ਇਸ ਲਈ ਮੈਂ ਜਵਾਨੀ ਦੀ ਅਵਸਥਾ ਵਿੱਚ ਜਾਣਾ ਚਾਹੁੰਦਾ ਆ ਕਿ ਮੇਰਾ ਖਾਲਸਾ ਕਦੇ ਬੁੱਢਾ ਹੋਵੇ ਹੀ ਨਾ, ਮੇਰਾ ਖਾਲਸਾ ਹਮੇਸ਼ਾ ਜਵਾਨ ਰਵੇ। ਸੋ ਖਾਲਸਾ ਜੀ, ਹੁਣ ਅਸੀਂ ਦੇਖਣਾ ਵੀ ਗੁਰੂ ਸਾਹਿਬ ਨੇ ਸਾਡੇ ਲਈ ਇੰਨਾ ਕੁਝ ਕੀਤਾ, ਅਸੀਂ ਹੁਣ ਖਾਲਸੇ ਨੂੰ ਜਵਾਨ ਰੱਖਦੇ ਹਾਂ, ਬੁੱਢਾ ਕਰਦੇ ਹਾਂ ਜਾਂ ਖਾਲਸੇ ਨੂੰ ਮਾਰਦੇ ਹਾਂ? ਇਹ ਅਸੀਂ ਦੇਖਣਾ। ਆਪਣੇ ਅੰਦਰਾਂ ਝਾਤੀਆਂ ਮਾਰਦੀਆਂ, ਵਿਚਾਰਦਿਆਂ ਤੋਂ ਨਿੱਕਾਂ ਗਲਤੀਆਂ ਰਹਿ ਜਾਂਦੀਆਂ ਨੇ। ਗੁਰੂ ਬਖਸ਼ਿਸ਼ ਕਰੇ, ਖਿਮਾ ਕਰੇ। ਆਪ ਜੀ ਦੀ ਸੇਵਾ ਜਿੰਨੀ ਕਰ ਸਕੇ ਹੈ ਸਤਿਕਾਰ ਕਰਨਾ। ਗੁਰਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਭਾਈ ਹਰਮੀਤ ਸਿੰਘ ਜੀ ਦਾ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਨੰਦਪੁਰ ਸਾਹਿਬ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਸਾਰਾ ਇਤਿਹਾਸ ਸਰਵਣ ਕਰਵਾਇਆ ਤਕਰੀਬਨ 40 ਮਿੰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਪੂਰੇ ਬੱਚਿਆਂ ਨੂੰ ਬੜੇ ਆਨੰਦ ਦੇ ਨਾਲ ਇਤਿਹਾਸ ਸਰਵਣ ਕਰਵਾਇਆ। ਬੜਾ ਮਨ ਗੁਰੂ ਜੀ ਦੀ ਯਾਦ ਵੱਲ ਗਿਆ। ਬੜੀ ਆਓ ਹੁਣ ਜਿਹੜੇ ਬੱਚਿਆਂ ਦੇ ਇਸ ਵਿਸ਼ੇ ਨਾਲ ਰਿਲੇਟਡ, ਇਸ ਵਿਸ਼ੇ ਨਾਲ ਸੰਬੰਧਿਤ ਕੋਈ ਕੁਐਸਚਨ ਹਨ, ਉਹ ਬੱਚੇ ਪੁੱਛ ਸਕਦੇ ਨੇ, ਪਰ ਕੋਈ ਵੀ ਬਾਹਰ ਤੋਂ ਕੁਐਸਚਨ ਨਾ ਪੁੱਛੇ। ਜਿਹੜਾ ਅੱਜ ਦੇ ਇਤਿਹਾਸ ਨਾਲ ਸੰਬੰਧਿਤ ਹੈ ਉਹੀ ਪ੍ਰਸ਼ਨ ਪੁੱਛਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਸਵਾਲ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਯਾਦਗਾਰ ਵਿੱਚ ਗੁਰਦੁਆਰਾ ਹਜੂਰ ਸਾਹਿਬ ਵਿਖੇ ਇੱਕ ਗੁਰਦੁਆਰਾ ਸਾਹਿਬ ਹੈ, ਉੱਥੇ ਆਰਤੀ ਕਿਉਂ ਕੀਤੀ ਜਾਂਦੀ ਹੈ ਜੀ? ਆਰਤੀ ਸਿੱਖੀ ਦੇ ਵਿਰੁੱਧ ਨਹੀਂ ਹੈ ਜੀ? ਹਾਂਜੀ ਬੱਚੇ, ਤੁਹਾਡਾ ਜਿਹੜਾ ਸਵਾਲ ਆ ਉਹ ਬਹੁਤ ਵਧੀਆ ਸਵਾਲ ਆ। ਇਹੋ ਜਿਹੇ ਸਵਾਲ ਜਮੀਰ ਜਗਦੀ ਫੇਰ ਹੀ ਆਉਂਦੇ ਨੇ। ਬਹੁਤ ਕੁਝ ਐਸਾ ਹੈ ਜਿਹੜਾ ਗੁਰਮਰਜ਼ਾਦਾ ਅਨੁਸਾਰ ਸਾਡੇ ਗੁਰੂ ਘਰਾਂ ਵਿੱਚ ਵੀ ਨਹੀਂ ਹੋ ਰਿਹਾ। ਉਹਦੇ ਕਾਰਨ ਕਈ ਹੋ ਸਕਦੇ ਨੇ, ਇਹਦੇ ਤੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ, ਪਰ ਬਹੁਤ ਕੁਝ ਐਸਾ ਹੈ ਜਿਹੜਾ ਗੁਰਮਰਜ਼ਾਦਾ ਤੋਂ ਉਲਟ ਗੁਰੂ ਘਰਾਂ ਵਿੱਚ ਹੋ ਰਿਹਾ ਆ, ਔਰ ਉਹਨੂੰ ਕਰਨ ਵਾਲੇ ਅਸੀਂ ਆਪ ਹੀ ਲੋਕ ਆ। ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਵੀ ਬਹੁਤ ਕੰਮ ਐਸੇ ਹੋਣਗੇ ਵੀ ਜਿਹੜੇ ਅਸੀਂ ਵੀ ਗੁਰਮਤ ਤੋਂ ਉਲਟ ਜਾਂ ਗੁਰੂ ਮਰਜ਼ਾਦਾ ਤੋਂ ਉਲਟ ਕਰਦੇ ਹੋਵਾਂਗੇ। ਸਾਨੂੰ ਉਹਨਾਂ ਨੂੰ ਵੀ ਠੀਕ ਕਰਨਾ ਚਾਹੀਦਾ ਆ, ਔਰ ਵਾਹਿਗੁਰੂ ਅੱਗੇ ਅਰਦਾਸ ਕਰੀਏ ਵੀ ਇਹ ਸਭ ਕੁਝ ਠੀਕ ਹੋ ਜਾਵੇ ਜੀ। ਹਾਂਜੀ, ਅੱਗੇ ਜੀ। ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਦਾ। ਬਹੁਤ ਹੀ ਸਤਿਕਾਰਯੋਗ ਸਾਡੇ ਵਾਈਸੀ ਭਾਈ ਪ੍ਰਗਟ ਸਿੰਘ ਜੀ ਪੱਟੀ ਤੋਂ ਹੈਂਡ ਰੇਜ਼ ਆ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਮੇਰਾ ਕੁਐਸਚਨ ਹੈ ਕਿ ਜਿਸ ਤਰ੍ਹਾਂ ਸਾਡੇ ਗੁਰੂ ਜੀ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਪਰ ਜੇ ਸਾਡੇ ਤੇ ਇਸ ਤਰ੍ਹਾਂ ਦਾ ਕੋਈ ਆ ਜਾਏ ਮੌਕਾ ਤੇ ਪਰ ਅਸੀਂ ਇੰਨੇ ਨੀਡਰ ਕਾਤੋਂ ਹੋ ਜਾਂਦੇ ਆ? ਨਿਡਰ ਹੋ ਜਾਂਦੇ ਆ ਜਾਂ ਡਰ ਜਾਂਦੇ ਆ ਜੀ? ਸਰ ਡਰ ਜਾਂਦੇ। ਡਰ ਜਾਂਦੇ ਆ ਬੇਟੇ। ਡਰ ਜਿਹੜਾ ਆ ਉਹ ਮਨੁੱਖੀ ਸੁਭਾਅ ਬਣ ਚੁੱਕਾ ਆ, ਕਿਉਂਕਿ ਅਸੀਂ ਇਸ ਤਰ੍ਹਾਂ ਦੇ ਵਾਤਾਵਰਨ ਦੇ ਵਿੱਚ ਰਹਿ ਰਹੇ ਹਾਂ, ਸਾਡੇ ਮਾਹੌਲ ਇਸ ਤਰ੍ਹਾਂ ਦੇ ਨੇ।
ਪਰ ਜਦੋਂ ਸੁਰਤ ਗੁਰਬਾਣੀ ਵਿੱਚ ਹੋਵੇ ਤੇ ਗੁਰੂ ਦੇ ਆਸੇ ਨੂੰ ਸਮਝ ਲਈਏ, ਸਾਡੀ ਅਵਸਥਾ ਜਿਹੜੀ ਵੱਖਰੀ ਵੱਖਰੀ ਹੁੰਦੀ ਹੈ ਹਰ ਸਮੇਂ। ਦੇਖੋ ਬਚਪਨ ਵਿੱਚ ਬੱਚਾ ਛੋਟੀ ਜਿਹੀ ਚੀਜ਼ ਤੋਂ ਡਰ ਜਾਂਦਾ ਆ, ਵੱਡਾ ਹੋ ਕੇ ਛੋਟੀਆਂ ਚੋਂ ਨਹੀਂ ਡਰਦਾ, ਵੱਡਿਆਂ ਤੋਂ ਡਰਨ ਲੱਗ ਪੈਂਦਾ ਆ, ਆਪਣੇ ਤੋਂ ਵੱਡੇ ਦਾ ਡਰ ਮੰਨਣ ਲੱਗ ਪੈਂਦਾ ਆ। ਪਰ ਜਿਸ ਦਿਨ ਪਰਮਾਤਮਾ ਦਾ ਡਰ ਸਾਡੇ ਹਿਰਦੇ 'ਚ ਆ ਜਾਏਗਾ ਨਾ, ਉਸ ਦਿਨ ਫਿਰ ਹੋਰ ਕੋਈ ਡਰ ਨਹੀਂ ਰਹਿ ਜਾਂਦਾ। ਗੁਰੂ ਸਾਹਿਬ ਦੀ ਬਾਣੀ ਦਾ ਇੱਕ ਬਚਨ ਹੈ, ਡੱਡਾ ਡਰ ਉਪਜੈ ਡਰ ਜਾਹੀ, ਤਾਂ ਡਰ ਮੈਂ ਡਰ ਰਿਹਾ ਸਮਾਹੀ। ਇਹਦਾ ਮਤਲਬ ਜੇ ਪ੍ਰਮਾਤਮਾ ਦਾ ਡਰ ਉਤਪੰਨ ਹੋ ਜਾਵੇ ਫਿਰ ਬਾਕੀ ਕੋਈ ਡਰ ਨਹੀਂ ਰਹਿ ਜਾਂਦਾ, ਤੇ ਜਦੋਂ ਪ੍ਰਮਾਤਮਾ ਦਾ ਡਰ ਨਹੀਂ ਨਾ ਹੁੰਦਾ ਫਿਰ ਬਾਕੀ ਛੋਟੇ ਛੋਟੇ ਡਰ ਸਾਰੇ ਵਿਆਪਦੇ ਨੇ। ਇਸ ਲਈ ਇਹ ਅਵਸਥਾ ਜਦੋਂ ਵੱਡੀ ਬਣ ਜਾਵੇ ਫਿਰ ਉਦੋਂ ਡਰ ਖਤਮ ਹੁੰਦਾ ਆ, ਨਹੀਂ ਤੇ ਡਰ ਲੱਗਦਾ ਰਹਿੰਦਾ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਆਓ ਜੀ ਅਗਲਾ ਬੱਚਾ ਆਪਣਾ ਕੁਐਸਚਨ ਪੁੱਛੋ ਜੀ। ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਮੇਰਾ ਕੁਐਸਚਨ ਹੈ ਕਿ ਔਰੰਗਜ਼ੇਬ ਦੇ ਬੇਟੇ ਨੇ ਗੁਰੂ ਸਾਹਿਬ ਜੀ ਦਾ ਸਤਿਕਾਰ ਕਿਉਂ ਕੀਤਾ ਸੀ? ਉਹ ਮੁਸਲਮਾਨ ਸੀਗਾ ਤੇ ਉਹਦਾ ਔਰੰਗਜ਼ੇਬ ਗੁਰੂ ਗੋਬਿੰਦ ਸੀਗਾ। ਹਾਂ, ਔਰੰਗਜ਼ੇਬ, ਬਹੁਤ ਵਧੀਆ ਸਵਾਲ ਆ ਪੁੱਤਰ। ਔਰੰਗਜ਼ੇਬ ਜਿਹੜਾ ਸੀਗਾ ਉਹ ਬੜਾ ਜ਼ਾਲਮ ਤਬੀਅਤ ਦਾ ਬੰਦਾ ਸੀਗਾ, ਔਰ ਜਦੋਂ ਉਹ ਗੱਦੀ ਤੇ ਬੈਠਾ ਉਦੋਂ ਉਹਨੇ ਆਪਣੇ ਭਰਾਵਾਂ ਨੂੰ ਵੀ ਕਤਲ ਕੀਤਾ, ਆਪਣੇ ਪਿਤਾ ਨੂੰ ਕੈਦ ਕੀਤਾ, ਬਾਅਦ ਵਿੱਚ ਉਹ ਵੀ ਮਾਰ ਦਿੱਤਾ ਸੀ, ਔਰ ਆਪਣੀ ਭੈਣ ਦੇ ਨਾਲ ਵੀ ਬੜੇ ਜ਼ੁਲਮ ਕਰਕੇ ਉਹਨੂੰ ਮਾਰ ਦਿੱਤਾ। ਔਰ ਬੜਾ ਜ਼ਾਲਮ ਬੰਦਾ ਸੀਗਾ ਔਰੰਗਜ਼ੇਬ। ਔਰ ਉਹਦੇ ਇਤਿਹਾਸ ਬਾਰੇ ਉਹਦਾ ਪੁੱਤਰ ਵੀ ਜਾਣਦਾ ਹੋਵੇਗਾ ਕਿ ਉਹ ਜ਼ਾਲਮ ਕਿਸਮ ਦਾ ਹੈ। ਤੇ ਫਿਰ ਜਿਹੜਾ ਬਹਾਦਰ ਸ਼ਾਹ ਸੀਗਾ, ਜਦੋਂ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਤੇ ਸਚਾਈ ਉਹਦੇ ਅੰਦਰ ਲਿਖ ਦਿੱਤੀ ਸੀ ਵੀ ਵਾਕਿਆ ਤੂੰ ਇਸ ਤਰ੍ਹਾਂ ਦੇ ਕੰਮ ਕੀਤੇ ਵੀ ਧਰਮੀ ਪੁਰਸ਼ ਨਹੀਂ ਹੋ ਸਕਦਾ। ਕਿਉਂਕਿ ਔਰੰਗਜ਼ੇਬ ਜਿਹੜਾ ਉੱਪਰੋਂ ਦਿਖਾਵਾ ਕਰਦਾ ਸੀ, ਮੈਂ ਬੜਾ ਵੱਡਾ ਧਰਮੀ ਆ, ਆਪਣੇ ਧਰਮ ਨੂੰ ਫੈਲਾ ਰਿਹਾ ਆ, ਪਰ ਸਤਿਗੁਰਾਂ ਨੇ ਉਹ ਸਾਰਾ ਕੁਝ ਸੱਚ ਦੱਸਦਾ ਸੀ। ਉਸ ਚਿੱਠੀ ਨੂੰ ਪੜ੍ਹ ਕੇ ਜਿਹਨੂੰ ਅਸੀਂ ਜਫਰਨਾਮਾ ਕਹਿੰਦੇ ਆ, ਉਹ ਜਫਰਨਾਮੇ ਨੂੰ ਪੜ੍ਹ ਕੇ ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ ਉਹ ਵੀ ਬੜਾ ਪ੍ਰਭਾਵਿਤ ਹੋਇਆ ਸੀ ਤੇ ਗੁਰੂ ਸਾਹਿਬ ਦਾ ਸਤਿਕਾਰ ਕਰਨ ਲੱਗ ਪਿਆ ਸੀਗਾ। ਔਰ ਉਹਦੇ ਵਿੱਚ ਇੱਕ ਹੋਰ ਕਾਰਨ ਸੀ ਵੀ ਗੁਰੂ ਸਾਹਿਬ ਬੜੇ ਹਰਮਨ ਪਿਆਰੇ ਹੋ ਚੁੱਕੇ ਸਨ ਉਸ ਵੇਲੇ, ਔਰ ਇਹ ਰਾਜਨੀਤਿਕ ਤੌਰ ਤੇ ਵੀ ਇੱਕ ਪੱਖ ਸੀਗਾ ਕਿ ਗੁਰੂ ਸਾਹਿਬ ਦਾ ਸਤਿਕਾਰ ਕਰਕੇ ਭਾਵੇਂ ਉੱਪਰੋਂ ਹੀ ਸਤਿਕਾਰ ਕੀਤਾ ਜਾਵੇ ਤਾਂ ਕਿ ਮੈਂ ਆਪਣੇ ਰਾਜ ਭਾਗ ਨੂੰ ਹੋਰ ਵਧਾ ਲਵਾਂ। ਔਰ ਗੁਰੂ ਸਾਹਿਬ ਦੀ ਮਦਦ ਦੀ ਵੀ ਉਹਨੂੰ ਲੋੜ ਸੀ, ਵੀ ਕਈ ਮੁਹਿੰਮਾਂ ਤੇ ਗੁਰੂ ਸਾਹਿਬ ਦੀ ਮਦਦ ਵੀ ਲਈ, ਕਿਉਂਕਿ ਇਹ ਜਾਣਦਾ ਸੀ ਵੀ ਸਿੱਖਾਂ ਨੇ ਮੇਰੇ ਇੰਨੇ ਜ਼ਾਲਮਾਨਾ ਜਿਹੜਾ ਪਿਤਾ ਹੈਗਾ ਆ ਔਰੰਗਜ਼ੇਬ, ਉਹਨੂੰ ਟਿਕਣ ਨਹੀਂ ਦਿੱਤਾ, ਤੈਨੂੰ ਕਿੱਥੋਂ ਟਿਕਣ ਦੇਣਗੇ। ਇਸ ਲਈ ਸ਼ਾਇਦ ਇਹ ਵੀ ਇੱਕ ਰਾਜਨੀਤਿਕ ਕਾਰਨ ਹੋ ਸਕਦਾ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਆਓ ਜੀ ਅਗਲਾ ਬੱਚਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਜੀ। ਸਰ ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਆ ਰਹੀ ਹੈ ਬੇਟੇ। ਸਰ ਮੇਰਾ ਕੁਐਸਚਨ ਇਹ ਹੈ ਸਰ, ਇੱਕ ਕਨਫਿਊਜ਼ਨ ਸੀਗੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਹੁੰਦੇ ਸੀਗੇ ਉਸ ਟਾਈਮ ਤੇ ਮਤਲਬ ਇੱਕ ਉਹਨਾਂ ਨਾਲ ਇੱਕ ਹੋਰ ਬੱਚਾ ਸੀਗਾ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਬਣਾ ਕੇ ਰੱਖਿਆ ਜਾਂਦਾ ਸੀ। ਭਾਵ ਜਦੋਂ ਕਿਤੇ ਜਾਣਾ ਹੁੰਦਾ ਸੀ, ਜਿਵੇਂ ਅਨੰਦਪੁਰ ਸਾਹਿਬ ਤੋਂ ਕਿਧਰੇ ਹੋਰ ਜਾਣਾਗਾ, ਉਸ ਟਾਈਮ ਤੇ ਉਹ ਬੱਚੇ ਨੂੰ ਮਤਲਬ ਬਿਠਾਇਆ ਜਾਂਦਾ ਸੀ, ਗੁਰੂ ਗੋਬਿੰਦ ਸਿੰਘ ਜੀ ਨੂੰ ਲੁਕੋ ਕੇ ਰੱਖਿਆ ਜਾਂਦਾ ਸੀਗਾ ਵੀ ਉਹ ਬੱਚੇ ਦੇ ਕਲਗੀ ਲਗਾਈ ਜਾਂਦੀ ਸੀ। ਮਤਲਬ ਇਹ 'ਚ ਥੋੜਾ ਕਨਫਿਊਜ਼ਨ ਸੀ ਸਰ, ਇਹਦੇ ਬਾਰੇ ਦੱਸੋਗੇ ਕੁਝ? ਹਾਂ, ਇਹ ਜੀ ਸਾਰੇ ਇਤਿਹਾਸਕਾਰਾਂ ਨੇ ਇਹ ਨਹੀਂ ਲਿਖਿਆ, ਬਹੁਤ ਕੁਝ ਐਸਾ ਆ ਜਿਹੜਾ ਇਤਿਹਾਸ ਵਿੱਚ ਲਿਖਿਆ ਗਿਆ ਆ ਪਰ ਉਹਨੂੰ ਸਵੀਕਾਰਿਆ ਨਹੀਂ ਗਿਆ ਸਾਰਿਆਂ ਵੱਲੋਂ। ਇਸ ਤਰ੍ਹਾਂ ਦੀ ਗੱਲ ਬਹੁਤ ਘੱਟ ਸੁਣੀ ਜਾਂਦੀ ਆ। ਇਹ ਇਤਿਹਾਸ ਦੇ ਵਿੱਚ ਕਿਤੇ ਕਿਤੇ ਇਹ ਭੁਲੇਖੇ ਵੀ ਪੈਂਦੇ ਨੇ, ਟਪਲੇ ਵੀ ਲੱਗਦੇ ਨੇ, ਔਰ ਕਿਤੇ ਕਿਤੇ ਕੁਝ ਇਤਿਹਾਸ ਵਿੱਚ ਪਰੇਸ਼ਾਨੀਆਂ ਜਾਂ ਪ੍ਰੋਬਲਮਸ ਵੀ ਹੈਗੀਆਂ ਨੇ ਬੇਟੇ ਜੀ। ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਵੀ ਗੁਰੂ ਸਾਹਿਬ ਨੂੰ ਲੁਕੋ ਕੇ ਰੱਖਿਆ ਜਾਂਦਾ ਸੀ, ਇਸ ਤਰ੍ਹਾਂ ਦੀ ਇਤਿਹਾਸ ਵਿੱਚ ਕੋਈ ਗੱਲ ਨਹੀਂ ਹੈ। ਜੇ ਕਿਤੇ ਲਿਖੀ ਆ ਤੇ ਉਹ ਸਹੀ ਨਹੀਂ ਜੀ। ਜੀ ਵਾਹਿਗੁਰੂ ਜੀ। ਸਾਰੇ ਹੀ ਵਿਦਿਆਰਥੀਆਂ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸਾਰੇ ਹੀ ਵਿਦਿਆਰਥੀ ਤੇ ਸਾਰੇ ਹੀ ਜਿੰਨੇ ਮਾਈ ਭਾਈ ਵੀਰ ਭੈਣਾਂ ਕੈਂਪ ਦੇ ਵਿੱਚ ਹਾਜ਼ਰ ਨੇ, ਸਾਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਭਾਈ ਸਾਹਿਬ ਭਾਈ ਹਰਮੀਤ ਸਿੰਘ ਜੀ ਦਾ ਸਾਰਿਆਂ ਦਾ ਧੰਨਵਾਦ ਹੈ। ਔਰ ਅਸੀਂ ਆਪਣੇ ਵੱਲੋਂ ਧੰਨਵਾਦ ਵੀ ਕਰਦੇ ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਦਾ ਤੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਦਾ, ਕਿ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਬੜੇ ਬੱਚੇ ਗੁਰਮਤਿ ਨਾਲ ਜੁੜ ਰਹੇ ਨੇ। ਤੇ ਉਮੀਦ ਵੀ ਕਰਦੇ ਹਾਂ ਕਿ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਸਾਡੇ ਜਾਰੀ ਰਹਿਣ ਤੇ ਬੱਚੇ ਬਾਣੀ ਦਾ ਲਾਹਾ ਲੈਣ, ਬਾਣੀ ਨਾਲ ਜੁੜਨ। ਬੜਾ ਕੁਝ ਬੱਚੇ ਸਿੱਖ ਰਹੇ ਨੇ
ਜੋ ਇਤਿਹਾਸ ਨਹੀਂ ਸਰਵਣ ਕਰੇ ਸੀ ਕਦੇ, ਉਹ ਕੈਂਪਾਂ ਵਿੱਚੋਂ ਸੁਣਨ ਨੂੰ ਮਿਲੇ ਨੇ। ਸੋ ਆਓ, ਸਮਾਪਤੀ ਹੈ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਸਤਿਗੁਰੂ ਮਾਫ ਕਰਨ। ਤੇ ਇੱਕ ਜਾਪ ਦੀ ਸੇਵਾ ਤੇ ਕੀਰਤਨ ਦੀ ਸੇਵਾ ਸਾਰੇ ਬੱਚੇ ਜ਼ਰੂਰ ਲਓ ਜੀ। ਇਹ ਸਕਰੀਨ ਦੇ ਉੱਤੇ ਨੰਬਰ ਆਏ ਹੋਏ ਨੇ, ਤੇ ਇਹ ਨੰਬਰ ਨੋਟ ਕਰਕੇ ਆਪੋ ਆਪਣੀ ਜਾਪ ਦੀ ਸੇਵਾ ਲਓ ਤੇ ਕੀਰਤਨ ਦੀ ਸੇਵਾ ਲਓ। ਤੇ ਸਾਰਿਆਂ ਦਾ ਧੰਨਵਾਦ ਹੈ। ਕੈਂਪ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਮਾਫੀ। ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਸਭ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।